संत मत्ती द्वारा लिखिया शुभ समाचार। प्रभु यीशु दा जन्म। यीशु मसीह दा जन्म इस तरह होया। उन्हां दी माता मरियम दी मंगणी यूसुफ नाल होई सी, पर मरियम अते यूसुफ दे विआह तो पहला ही मरियम ने अपने आप नूं पवित्र आत्मा द्वारा गर्भवती होया अनुभव कीता। यूसुफ जिस नाल उसदी मंगणी होनी सी, एक इंसाफ पसंद आदमी सी। ਉਹ ਮਰੀਅਮ ਨੂੰ ਖੁੱਲ੍ਹੇਆਮ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਚੁੱਪਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ। ਪਰ ਅਜੇ ਉਹ ਇਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸੁਫ, ਦਾਊਦ ਦੀ ਸੰਤਾਨ ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਂ ਯੀਸ਼ੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਦੇ ਦੁਆਰਾ ਕਿਹਾ ਹੋਇਆ ਵਚਨ ਪੂਰਾ ਹੋਵੇ। ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਸ ਦਾ ਨਾਂ ਇਮਾਨੂਏਲ ਰੱਖਿਆ ਜਾਵੇਗਾ, ਜਿਸ ਦਾ ਅਰਥ ਹੈ ਪਰਮੇਸ਼ਰ ਸਾਡੇ ਨਾਲ। ਸੋ ਜਦੋਂ ਯੂਸੁਫ ਨੀਂਦ ਤੋਂ ਜਾਗਿਆ ਤਾਂ ਉਸਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਵਰਗਦੂਤ ਨੇ ਉਸ ਨੂੰ ਦੱਸਿਆ ਸੀ, ਅਤੇ ਮਰੀਅਮ ਨਾਲ ਵਿਆਹ ਕਰ ਲਿਆ। ਉਸਨੇ ਉਸ ਸਮੇਂ ਤੱਕ, ਜਦੋਂ ਤੱਕ ਕਿ ਮਰੀਅਮ ਨੇ ਪੁੱਤਰ ਨੂੰ ਜਨਮ ਨਾ ਦਿੱਤਾ, ਉਸ ਨਾਲ ਸੰਗ ਨਾ ਕੀਤਾ। ਉਸਨੇ ਪੁੱਤਰ ਦਾ ਨਾਂ ਯੀਸ਼ੂ ਰੱਖਿਆ। ਅਧਿਆਇ ਦੂਜਾ। ਪੂਰਬ ਦੇ ਪੰਡਤਾਂ ਦਾ ਦਰਸ਼ਨ ਲਈ ਆਉਣਾ। ਯੀਸ਼ੂ ਦਾ ਜਨਮ ਯਹੂਦਾ ਦੇਸ਼ ਦੇ ਇੱਕ ਨਗਰ ਬੈਤਲਹਮ ਵਿੱਚ ਹੋਇਆ ਸੀ। ਉਸ ਸਮੇਂ ਯਹੂਦਾ ਦੇਸ਼ ਤੇ ਹੈਰੋਦੇਸ ਰਾਜ ਕਰਦਾ ਸੀ। ਯੀਸ਼ੂ ਦੇ ਜਨਮ ਤੋਂ ਕੁਝ ਚਿਰ ਪਿੱਛੋਂ ਪੂਰਬ ਦੇ ਤਾਰਿਆਂ ਦਾ ਗਿਆਨ ਰੱਖਣ ਵਾਲੇ ਕੁਝ ਪੰਡਤ ਯਰੂਸ਼ਲਮ ਵਿੱਚ ਆਏ, ਜੋ ਇਸ ਤਰ੍ਹਾਂ ਪੁੱਛਣ ਲੱਗੇ, ਯਹੂਦੀਆਂ ਦੇ ਨਵਜਨਮੇ ਰਾਜਾ ਕਿੱਥੇ ਹਨ? ਅਸੀਂ ਉਹਨਾਂ ਦਾ ਤਾਰਾ ਪੂਰਬ ਵਿੱਚ ਚੜਿਆ ਦੇਖਿਆ ਹੈ। ਅਸੀਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਆਏ ਹਾਂ। ਜਦੋਂ ਹੈਰੋਦੇਸ ਰਾਜਾ ਨੇ ਇਹ ਸੁਣਿਆ ਤਾਂ ਉਹ ਅਤੇ ਉਸ ਦੇ ਨਾਲ ਸਾਰੇ ਯਰੂਸ਼ਲਮ ਸ਼ਹਿਰ ਦੇ ਲੋਕ ਬਹੁਤ ਘਬਰਾ ਗਏ। ਇਸ ਤੇ ਹੈਰੋਦੇਸ ਨੇ ਯਹੂਦੀਆਂ ਦੇ ਸਭ ਮਹਾਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਨੂੰ ਸੱਦ ਕੇ ਉਹਨਾਂ ਤੋਂ ਪੁੱਛਿਆ, ਮਸੀਹ ਦਾ ਜਨਮ ਕਿੱਥੇ ਹੋਵੇਗਾ? ਉਹਨਾਂ ਨੇ ਉੱਤਰ ਦਿੱਤਾ, ਯਹੂਦਾ ਦੇਸ਼ ਦੇ ਨਗਰ ਬੈਤਲਹਮ ਵਿੱਚ। ਇਸ ਦੇ ਬਾਰੇ ਨਬੀ ਨੇ ਇਸ ਤਰ੍ਹਾਂ ਲਿਖਿਆ ਹੈ, ਹੇ ਯਹੂਦਾ ਦੇਸ਼ ਦੇ ਨਗਰ ਬੈਤਲਹਮ, ਤੂੰ ਯਹੂਦਾ ਦੇ ਸ਼ਾਸਕਾਂ ਵਿੱਚੋਂ ਕਿਸੇ ਨਾਲੋਂ ਘੱਟ ਨਹੀਂ ਹੈ, ਕਿਉਂਕਿ ਤੇਰੇ ਵਿੱਚ ਇੱਕ ਸਰਦਾਰ ਪੈਦਾ ਹੋਵੇਗਾ ਜੋ ਮੇਰੇ ਲੋਕਾਂ ਇਜ਼ਰਾਈਲ ਦੀ ਅਗਵਾਈ ਕਰੇਗਾ। ਇਸ ਲਈ ਹੈਰੋਦੇਸ ਨੇ ਪੰਡਤਾਂ ਨੂੰ ਗੁਪਤ ਤੌਰ ਤੇ ਸੱਦ ਕੇ ਇਹ ਪੁੱਛਿਆ ਕਿ ਤਾਰਾ ਠੀਕ ਸਮੇਂ ਦਿਖਾਈ ਦਿੱਤਾ ਸੀ? ਫਿਰ ਉਹਨਾਂ ਨੂੰ ਇਹ ਕਹਿ ਕੇ ਵਿਦਾ ਕੀਤਾ, ਜਾਓ ਅਤੇ ਬੱਚੇ ਦੇ ਬਾਰੇ ਠੀਕ ਪਤਾ ਕਰੋ, ਅਤੇ ਜਦੋਂ ਉਹ ਮਿਲ ਜਾਵੇ ਤਾਂ ਮੈਨੂੰ ਵੀ ਆ ਕੇ ਖਬਰ ਦੇਣਾ, ਤਾਂ ਜੋ ਮੈਂ ਵੀ ਜਾ ਕੇ ਉਸ ਦੇ ਦਰਸ਼ਨ ਕਰ ਸਕਾਂ। ਰਾਜਾ ਦੀ ਗੱਲ ਸੁਣ ਕੇ ਉਹ ਚਲੇ ਗਏ। ਰਾਹ ਵਿੱਚ ਫਿਰ ਉਹਨਾਂ ਉਹੀ ਤਾਰਾ ਦੇਖਿਆ ਜਿਹੜਾ ਉਹਨਾਂ ਪੂਰਬ ਵਿੱਚ ਦੇਖਿਆ ਸੀ। ਉਹ ਤਾਰਾ ਉਹਨਾਂ ਦੇ ਅੱਗੇ ਚੱਲਿਆ ਅਤੇ ਜਿੱਥੇ ਬੱਚਾ ਸੀ ਉਸ ਥਾਂ ਦੇ ਉੱਤੇ ਜਾ ਕੇ ਠਹਿਰ ਗਿਆ। ਉਹ ਉਸ ਤਾਰੇ ਨੂੰ ਦੇਖ ਕੇ ਅਤਿਅੰਤ ਖੁਸ਼ ਹੋਏ। ਫਿਰ ਉਹ ਘਰ ਦੇ ਅੰਦਰ ਗਏ ਅਤੇ ਬੱਚੇ ਨੂੰ ਮਾਤਾ ਮਰੀਅਮ ਦੇ ਨਾਲ ਦੇਖਿਆ। ਉਹਨਾਂ ਗੋਡਿਆਂ ਪਰਨੇ ਹੋ ਕੇ ਬੱਚੇ ਦੇ ਸਾਹਮਣੇ ਸਿਰ ਝੁਕਾਏ ਅਤੇ ਆਪਣਾ ਥੈਲਾ ਖੋਲ ਕੇ ਉਸ ਸਾਹਮਣੇ ਸੋਨਾ, ਧੂਪ ਅਤੇ ਗੰਧ ਰਸ ਭੇਂਟ ਕੀਤੇ। ਫਿਰ ਪਰਮੇਸ਼ਰ ਵੱਲੋਂ ਸੁਪਨੇ ਵਿੱਚ ਚੇਤਾਵਨੀ ਪਾ ਕੇ ਕਿ ਹੈਰੋਦੇਸ ਕੋਲ ਮੁੜ ਨਾ ਜਾਣਾ, ਉਹ ਆਪਣੇ ਦੇਸ਼ ਨੂੰ ਦੂਜੇ ਰਾਹ ਦੁਆਰਾ ਵਾਪਸ ਚਲੇ ਗਏ। ਮਿਸਰ ਦੇਸ਼ ਵਿੱਚ ਜਾਣਾ। ਪੰਡਤਾਂ ਦੇ ਚਲੇ ਜਾਣ ਪਿੱਛੋਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੂਸੁਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਉੱਠ ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਮਿਸਰ ਦੇਸ਼ ਨੂੰ ਚਲਾ ਜਾ, ਅਤੇ ਜਦੋਂ ਤੱਕ ਮੈਂ ਨਾ ਕਹਾਂ ਉੱਥੇ ਹੀ ਰਹਿਣਾ, ਕਿਉਂਕਿ ਹੈਰੋਦੇਸ ਇਸ ਬੱਚੇ ਦੀ ਖੋਜ ਕਰੇਗਾ ਕਿ ਇਸ ਨੂੰ ਜਾਨੋਂ ਮਾਰ ਦੇਵੇ। ਇਸ ਲਈ ਯੂਸੁਫ ਰਾਤ ਨੂੰ ਹੀ ਉੱਠਿਆ ਅਤੇ ਬੱਚੇ ਤੇ ਉਸ ਦੀ ਮਾਂ ਨੂੰ ਲੈ ਕੇ ਮਿਸਰ ਨੂੰ ਚਲਾ ਗਿਆ। ਇੱਥੇ ਉਹ ਹੈਰੋਦੇਸ ਦੀ ਮੌਤ ਤੱਕ ਰਿਹਾ। ਇਹ ਇਸ ਲਈ ਹੋਇਆ ਕਿ ਪ੍ਰਭੂ ਦਾ ਨਬੀ ਦੇ ਰਾਹੀਂ ਕਿਹਾ ਹੋਇਆ ਇਹ ਵਚਨ ਪੂਰਾ ਹੋਵੇ, ਮੈਂ ਮਿਸਰ ਦੇਸ਼ ਤੋਂ ਆਪਣੇ ਪੁੱਤਰ ਨੂੰ ਸੱਦਿਆ। ਬੱਚਿਆਂ ਦਾ ਕਤਲ। ਜਦੋਂ ਹੈਰੋਦੇਸ ਨੇ ਦੇਖਿਆ ਕਿ ਪੰਡਤਾਂ ਨੇ ਉਸ ਨੂੰ ਮੂਰਖ ਬਣਾਇਆ ਹੈ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ।
इस लई उसने सिपाहियां नूं घल के बैतलहम अते उसके लागे छागे दे सब बच्चियां नूं मरवा दिता ਜਿਹੜੇ ਪੰਡਤਾਂ ਦੇ ਦੱਸੇ ਅਨੁਸਾਰ 2 ਸਾਲ ਦੀ ਉਮਰ ਦੇ ਜਾਂ ਉਸ ਤੋਂ ਘੱਟ ਸਨ। ਇਸ ਤਰ੍ਹਾਂ ਯਿਰਮੀਆ ਨਬੀ ਦਾ ਕਿਹਾ ਹੋਇਆ ਇਹ ਵਾਕ ਸੱਚਾ ਸਿੱਧ ਹੋਇਆ ਹੈ। ਇੱਕ ਆਵਾਜ਼ ਰਾਮਾ ਨਗਰ ਵਿੱਚੋਂ ਆ ਰਹੀ ਹੈ, ਆਵਾਜ਼ ਜੋ ਕਿ ਰੋਣ ਅਤੇ ਵੱਡੇ ਵੈਣ ਦੀ ਹੈ। ਰਾਖੇਲ ਆਪਣੇ ਬੱਚਿਆਂ ਲਈ ਰੋ ਰਹੀ ਹੈ, ਉਸ ਲਈ ਹੌਸਲਾ ਕਰਨਾ ਅਸੰਭਵ ਹੋ ਰਿਹਾ ਹੈ ਕਿਉਂਕਿ ਉਹ ਸਾਰੇ ਕਤਲ ਕੀਤੇ ਜਾ ਚੁੱਕੇ ਹਨ। ਮਿਸਰ ਦੇਸ਼ ਤੋਂ ਵਾਪਸੀ। ਰਾਜਾ ਹੈਰੋਦੇਸ ਦੀ ਮੌਤ ਦੇ ਪਿੱਛੋਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੂਸੁਫ ਨੂੰ ਮਿਸਰ ਵਿੱਚ ਇੱਕ ਦਿਨ ਸੁਪਨੇ ਵਿੱਚ ਦਰਸ਼ਨ ਦਿੱਤਾ ਅਤੇ ਕਿਹਾ, ਉੱਠ ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਅਤੇ ਇਜ਼ਰਾਈਲ ਦੇਸ਼ ਨੂੰ ਵਾਪਸ ਚਲਾ ਜਾ, ਕਿਉਂਕਿ ਜੋ ਬੱਚੇ ਨੂੰ ਮਾਰਨਾ ਚਾਹੁੰਦੇ ਹਨ ਉਹ ਮਰ ਚੁੱਕੇ ਹਨ। ਇਸ ਲਈ ਯੂਸੁਫ ਉੱਠਿਆ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਇਜ਼ਰਾਈਲ ਨੂੰ ਵਾਪਸ ਚਲਾ ਗਿਆ। ਪਰ ਜਦੋਂ ਉਸਨੇ ਸੁਣਿਆ ਕਿ ਅਰਖਿਲਾਉਸ ਆਪਣੇ ਪਿਤਾ ਦੇ ਥਾਂ ਯਹੂਦੀਆਂ ਦਾ ਰਾਜਾ ਬਣਿਆ ਹੈ ਤਾਂ ਉਹ ਉੱਥੇ ਜਾਣ ਤੋਂ ਡਰਿਆ। ਇਸ ਲਈ ਉਹ ਸੁਪਨੇ ਰਾਹੀਂ ਹੋਰ ਆਗਿਆ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਾ ਗਿਆ। ਇੱਥੇ ਉਹ ਨਾਸਰਤ ਨਾਂ ਦੇ ਇੱਕ ਨਗਰ ਵਿੱਚ ਵਸ ਗਿਆ ਕਿ ਨਬੀਆਂ ਦਾ ਇਹ ਵਾਕ ਪੂਰਾ ਹੋਵੇ, ਉਹ ਨਾਸਰੀ ਅਖਵਾਏਗਾ। ਅਧਿਆਇ 3। ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਉਪਦੇਸ਼। ਉਸ ਸਮੇਂ ਯੂਹੰਨਾ ਬਪਤਿਸਮਾ ਦੇਣ ਵਾਲਾ ਯਹੂਦੀਆਂ ਦੇ ਵਿਰਾਨੇ ਵਿੱਚ ਆ ਕੇ ਇਸ ਤਰ੍ਹਾਂ ਪ੍ਰਚਾਰ ਕਰਨ ਲੱਗਾ, ਆਪਣੇ ਬੁਰੇ ਕੰਮਾਂ ਨੂੰ ਛੱਡੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ। ਯੂਹੰਨਾ ਬਾਰੇ ਹੀ ਯਸਾਯਾ ਨਬੀ ਦੇ ਕਹੇ ਹੋਏ ਇਹ ਸ਼ਬਦ ਦੱਸਦੇ ਹਨ, ਵਿਰਾਨੇ ਵਿੱਚ ਇੱਕ ਆਵਾਜ਼ ਗੂੰਜ ਰਹੀ ਹੈ, ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿੱਧੇ ਕਰੋ। ਯੂਹੰਨਾ ਦੇ ਕੱਪੜੇ ਊਠ ਦੇ ਵਾਲਾਂ ਦੇ ਸਨ ਅਤੇ ਉਹ ਚਮੜੇ ਦੀ ਪੇਟੀ ਲੱਕ ਦੁਆਲੇ ਬੰਨ੍ਹਦਾ ਸੀ। ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ। ਉਸ ਕੋਲ ਯਰੂਸ਼ਲਮ, ਸਾਰੇ ਯਹੂਦੀਆਂ ਅਤੇ ਯਰਦਨ ਦੇ ਸਭ ਆਲੇ ਦੁਆਲੇ ਦੇ ਲੋਕੀ ਆਏ। ਉਹਨਾਂ ਨੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯੂਹੰਨਾ ਕੋਲੋਂ ਯਰਦਨ ਨਦੀ ਵਿੱਚ ਬਪਤਿਸਮਾ ਲਿਆ। ਜਦੋਂ ਯੂਹੰਨਾ ਨੇ ਬਹੁਤ ਸਾਰੇ ਫਰੀਸੀਆਂ ਅਤੇ ਸੰਦੂਕੀਆਂ ਨੂੰ ਆਪਣੇ ਕੋਲ ਬਪਤਿਸਮਾ ਲੈਣ ਲਈ ਆਉਂਦੇ ਦੇਖਿਆ ਤਾਂ ਉਸਨੇ ਉਹਨਾਂ ਨੂੰ ਕਿਹਾ, ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਕਿਸਨੇ ਸਾਵਧਾਨ ਕਰ ਦਿੱਤਾ ਹੈ ਕਿ ਤੁਸੀਂ ਪਰਮੇਸ਼ਰ ਦੀ ਆਉਣ ਵਾਲੀ ਦੈਵੀ ਸਜ਼ਾ ਤੋਂ ਬਚਣ ਦੀ ਕੋਸ਼ਿਸ਼ ਕਰੋ? ਇਹੋ ਜਿਹੇ ਕੰਮ ਕਰੋ ਜਿਸ ਤੋਂ ਪਤਾ ਲੱਗੇ ਕਿ ਤੁਸਾਂ ਨੇ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਹੈ। ਇਹ ਨਾ ਸੋਚੋ ਕਿ ਤੁਸੀਂ ਆਪਣਾ ਬਚਾਅ ਇਹ ਕਹਿ ਕੇ ਕਰ ਸਕਦੇ ਹੋ, ਅਬਰਾਹਮ ਸਾਡਾ ਪਿਤਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਮ ਦੇ ਲਈ ਸੰਤਾਨ ਪੈਦਾ ਕਰ ਸਕਦਾ ਹੈ। ਰੁੱਖਾਂ ਨੂੰ ਵੱਢਣ ਦੇ ਲਈ ਕੁਹਾੜੀ ਤਿਆਰ ਹੈ। ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ ਉਹ ਜੜ ਤੋਂ ਹੀ ਵੱਢ ਦਿੱਤਾ ਜਾਂਦਾ ਹੈ। ਮੈਂ ਤਾਂ ਇਹ ਦੱਸਣ ਦੇ ਲਈ ਕਿ ਤੁਸੀਂ ਆਪਣੇ ਬੁਰੇ ਕੰਮ ਨੂੰ ਛੱਡ ਦਿੱਤਾ ਹੈ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਜਿਹੜੇ ਮੇਰੇ ਪਿੱਛੇ ਆ ਰਹੇ ਹਨ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਣਗੇ। ਉਹ ਮੇਰੇ ਤੋਂ ਅਧਿਕ ਸ਼ਕਤੀਸ਼ਾਲੀ ਹਨ। ਮੈਂ ਤਾਂ ਉਹਨਾਂ ਦੇ ਜੋੜੇ ਝਾੜਨ ਦੇ ਯੋਗ ਵੀ ਨਹੀਂ ਹਾਂ। ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ। ਉਹ ਦਾਣਿਆਂ ਨੂੰ ਕੋਠੀ ਵਿੱਚ ਭਰ ਲੈਣਗੇ ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸੁੱਟ ਦੇਣਗੇ। ਪ੍ਰਭੂ ਯੀਸ਼ੂ ਦਾ ਬਪਤਿਸਮਾ। ਉਸ ਸਮੇਂ ਯੀਸ਼ੂ ਗਲੀਲ ਤੋਂ ਯਰਦਨ ਨਦੀ ਤੇ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਏ। ਪਰ ਯੂਹੰਨਾ ਨੇ ਇਹ ਕਹਿ ਕੇ ਉਹਨਾਂ ਨੂੰ ਰੋਕਣਾ ਚਾਹਿਆ, ਤੁਹਾਡੇ ਹੱਥੋਂ ਤਾਂ ਮੈਨੂੰ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੁਸੀਂ ਮੇਰੇ ਕੋਲ ਆਏ ਹੋ। ਪਰ ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਇਸ ਤਰ੍ਹਾਂ ਹੋਣ ਦੇ, ਕਿਉਂਕਿ ਇਹੀ ਠੀਕ ਹੈ ਕਿ ਅਸੀਂ ਇਸੇ ਤਰ੍ਹਾਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੀਏ। ਸੋ ਯੂਹੰਨਾ ਮੰਨ ਗਿਆ। ਜਦੋਂ ਯੀਸ਼ੂ ਬਪਤਿਸਮਾ ਲੈ ਚੁੱਕੇ ਤਾਂ ਉਹ ਤੁਰੰਤ ਹੀ ਪਾਣੀ ਵਿੱਚੋਂ ਬਾਹਰ ਆਏ। ਉਸ ਸਮੇਂ ਆਕਾਸ਼ ਉਹਨਾਂ ਦੇ ਲਈ ਖੁੱਲ ਗਿਆ ਅਤੇ ਉਹਨਾਂ ਨੇ ਪਰਮੇਸ਼ਰ ਦੇ ਆਤਮਾ ਨੂੰ ਕਬੂਤਰ ਦੇ ਰੂਪ ਵਿੱਚ ਆਉਂਦੇ ਅਤੇ ਆਪਣੇ ਉੱਤੇ ਠਹਿਰਦੇ ਦੇਖਿਆ। ਉਸ ਸਮੇਂ ਇੱਕ ਆਵਾਜ਼ ਆਕਾਸ਼ ਤੋਂ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ। ਅਧਿਆਇ 4। ਪ੍ਰਭੂ ਯੀਸ਼ੂ ਦਾ ਪਰਤਾਇਆ ਜਾਣਾ।
ਫਿਰ ਆਤਮਾ ਯੀਸ਼ੂ ਨੂੰ ਵਿਰਾਨੇ ਵਿੱਚ ਲੈ ਗਿਆ ਕਿ ਸ਼ੈਤਾਨ ਉਹਨਾਂ ਨੂੰ ਪਰਤਾਵੇ। 40 ਦਿਨ ਅਤੇ 40 ਰਾਤ ਵਰਤ ਰੱਖਣ ਦੇ ਪਿੱਛੋਂ ਉਹਨਾਂ ਨੂੰ ਭੁੱਖ ਲੱਗੀ। ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਉਂਦਾ ਰਹੇਗਾ। ਫਿਰ ਸ਼ੈਤਾਨ ਯੀਸ਼ੂ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਲੈ ਗਿਆ। ਉੱਥੇ ਉਸਨੇ ਯੀਸ਼ੂ ਨੂੰ ਮੰਦਰ ਦੇ ਸਭ ਤੋਂ ਉੱਚੇ ਮਨਾਰੇ ਉੱਤੇ ਖੜਾ ਕਰ ਦਿੱਤਾ ਅਤੇ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਥੱਲੇ ਡੇਗ ਦੇ। ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਪਰਮੇਸ਼ਰ ਆਪਣੇ ਦੂਤਾਂ ਨੂੰ ਤੇਰੇ ਬਾਰੇ ਆਗਿਆ ਦੇਵੇਗਾ, ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਕਿ ਤੇਰੇ ਪੈਰਾਂ ਤੱਕ ਨੂੰ ਵੀ ਸੱਟ ਨਾ ਲੱਗੇ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ। ਫਿਰ ਸ਼ੈਤਾਨ ਯੀਸ਼ੂ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ। ਉੱਥੇ ਉਸਨੇ ਯੀਸ਼ੂ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦੀ ਸ਼ਾਨ ਦਿਖਾਈ। ਸ਼ੈਤਾਨ ਨੇ ਕਿਹਾ, ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਜੇਕਰ ਤੂੰ ਨਿਉ ਕੇ ਮੈਨੂੰ ਪ੍ਰਣਾਮ ਕਰੇ। ਪਰ ਯੀਸ਼ੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, ਮੇਰੇ ਕੋਲੋਂ ਦੂਰ ਹੋ ਜਾ ਸ਼ੈਤਾਨ, ਕਿਉਂਕਿ ਧਰਮ ਗ੍ਰੰਥ ਦਾ ਇਹ ਵਾਕ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਹੀ ਪ੍ਰਣਾਮ ਕਰ ਅਤੇ ਕੇਵਲ ਉਸੇ ਦੀ ਹੀ ਭਗਤੀ ਕਰ। ਗਲੀਲ ਦੇ ਇਲਾਕੇ ਵਿੱਚ ਪ੍ਰਭੂ ਯੀਸ਼ੂ ਦੀ ਸੇਵਾ ਦਾ ਆਰੰਭ। ਜਦੋਂ ਯੀਸ਼ੂ ਨੂੰ ਪਤਾ ਲੱਗਾ ਕਿ ਯੂਹੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਉਹ ਗਲੀਲ ਨੂੰ ਚਲੇ ਗਏ। ਪਰ ਉਹ ਉੱਥੇ ਨਾਸਤਰ ਨਗਰ ਵਿੱਚ ਨਾ ਠਹਿਰੇ, ਸਗੋਂ ਗਲੀਲ ਝੀਲ ਦੇ ਲਾਗਲੇ ਨਗਰ ਕਫਰਨਾਹੂਮ ਵਿੱਚ ਜਾ ਵਸੇ, ਜੋ ਜ਼ਬੂਲੂਨ ਅਤੇ ਨਫਥਾਲੀ ਦੇ ਇਲਾਕਿਆਂ ਵਿੱਚ ਹੈ। ਇਹ ਇਸ ਲਈ ਹੋਇਆ ਕਿ ਯਸਾਇਆ ਨਬੀ ਦੁਆਰਾ ਕਿਹਾ ਗਿਆ ਇਹ ਵਾਕ ਪੂਰਾ ਹੋਵੇ, ਜ਼ਬੂਲੂਨ ਦੀ ਧਰਤੀ, ਨਫਥਾਲੀ ਦੀ ਧਰਤੀ, ਸਾਗਰ ਵੱਲ ਨੂੰ ਜਾਂਦੇ ਰਾਹ ਤੇ ਯਰਦਨ ਦੇ ਦੂਜੇ ਪਾਸੇ ਦੂਜੀਆਂ ਕੌਮਾਂ ਦਾ ਗਲੀਲ। ਉਹ ਲੋਕੀ ਜਿਹੜੇ ਹਨੇਰੇ ਵਿੱਚ ਰਹਿ ਰਹੇ ਹਨ ਇੱਕ ਵੱਡਾ ਚਾਨਣ ਦੇਖਣਗੇ, ਉਹਨਾਂ ਉੱਤੇ ਜਿਹੜੇ ਮੌਤ ਦੀ ਹਨੇਰੀ ਧਰਤੀ ਵਿੱਚ ਰਹਿੰਦੇ ਹਨ ਇੱਕ ਚਾਨਣ ਚਮਕੇਗਾ। ਉਸ ਸਮੇਂ ਤੋਂ ਯੀਸ਼ੂ ਨੇ ਇਹ ਕਹਿ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਆਪਣੇ ਪਾਪਾਂ ਨੂੰ ਛੱਡੋ ਕਿਉਂਕਿ ਪਰਮੇਸ਼ਰ ਦਾ ਰਾਜ ਲਾਗੇ ਆ ਰਿਹਾ ਹੈ। ਪ੍ਰਭੂ ਯੀਸ਼ੂ 4 ਮਛੇਰਿਆਂ ਨੂੰ ਸੱਦਦੇ ਹਨ। ਜਦੋਂ ਯੀਸ਼ੂ ਗਲੀਲ ਦੀ ਝੀਲ ਦੇ ਕੰਢੇ ਤੇ ਜਾ ਰਹੇ ਸਨ ਤਾਂ ਉਹਨਾਂ ਨੇ 2 ਭਰਾਵਾਂ ਨੂੰ ਝੀਲ ਵਿੱਚੋਂ ਜਾਲ ਨਾਲ ਮੱਛੀਆਂ ਫੜਦੇ ਦੇਖਿਆ। ਉਹ ਦੋਵੇਂ ਸਮੂਨ, ਜਿਸ ਦਾ ਉਪਨਾਮ ਪਤਰਸ ਸੀ, ਅਤੇ ਉਸ ਦਾ ਭਰਾ ਅੰਦਰਿਆਸ ਸਨ। ਯੀਸ਼ੂ ਨੇ ਉਹਨਾਂ ਭਰਾਵਾਂ ਨੂੰ ਕਿਹਾ, ਮੇਰੇ ਨਾਲ ਆਓ, ਮੈਂ ਤੁਹਾਨੂੰ ਆਦਮੀਆਂ ਦੇ ਫੜਨ ਵਾਲਾ ਬਣਾਵਾਂਗਾ। ਉਹ ਦੋਵੇਂ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਚੇਲੇ ਬਣ ਗਏ। ਉਹ ਥੋੜਾ ਅੱਗੇ ਵਧੇ ਤਾਂ ਉਹਨਾਂ ਨੇ 2 ਹੋਰ ਭਰਾਵਾਂ ਯਾਕੂਬ ਅਤੇ ਯੂਹੰਨਾ ਨੂੰ ਦੇਖਿਆ, ਜੋ ਜ਼ਬਦੀ ਦੇ ਪੁੱਤਰ ਸਨ। ਉਹ ਦੋਵੇਂ ਬੇੜੀ ਵਿੱਚ ਆਪਣੇ ਪਿਤਾ ਜ਼ਬਦੀ ਨਾਲ ਆਪਣੇ ਜਾਲਾਂ ਨੂੰ ਸੁਧਾਰ ਰਹੇ ਸਨ। ਯੀਸ਼ੂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ। ਉਹ ਦੋਵੇਂ ਭਰਾ ਵੀ ਤੁਰੰਤ ਬੇੜੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਯੀਸ਼ੂ ਦੇ ਚੇਲੇ ਬਣ ਗਏ। ਸਿੱਖਿਆ ਅਤੇ ਸੇਵਾ ਦਾ ਕੰਮ। ਯੀਸ਼ੂ ਸਾਰੇ ਗਲੀਲ ਵਿੱਚ ਗਏ। ਉਹ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆ ਦਿੰਦੇ, ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਤੋਂ ਚੰਗਾ ਕਰਦੇ ਰਹੇ। ਇਸ ਤਰ੍ਹਾਂ ਯੀਸ਼ੂ ਸਾਰੇ ਸੂਬਿਆਂ ਵਿੱਚ ਪ੍ਰਸਿੱਧ ਹੋ ਗਏ। ਇਸ ਲਈ ਲੋਕੀ ਹਰ ਤਰ੍ਹਾਂ ਦੇ ਬਿਮਾਰਾਂ ਨੂੰ ਅਤੇ ਪੀੜਤਾਂ ਨੂੰ, ਭੂਤ ਚਮੜੇ ਲੋਕਾਂ ਨੂੰ, ਮਿਰਗੀ ਵਾਲਿਆਂ ਨੂੰ ਅਤੇ ਅਧਰੰਗੀਆਂ ਨੂੰ ਉਹਨਾਂ ਕੋਲ ਲਿਆਏ। ਯੀਸ਼ੂ ਨੇ ਉਹਨਾਂ ਸਭ ਨੂੰ ਚੰਗਾ ਕਰ ਦਿੱਤਾ। ਇਸ ਕਾਰਨ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਲੱਗ ਗਈ, ਜਿਹੜੀ ਗਲੀਲ, 10 ਨਗਰ, ਯਰੂਸ਼ਲਮ, ਯਹੂਦੀਆ ਅਤੇ ਯਰਦਨ ਦੇ ਦੂਜੇ ਪਾਸੇ ਤੋਂ ਸੀ। ਅਧਿਆਇ 5 ਪਹਾੜੀ ਉਪਦੇਸ਼। ਯੀਸ਼ੂ ਲੋਕਾਂ ਦੀ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ੍ਹ ਗਏ। ਜਦੋਂ ਉਹ ਬੈਠ ਗਏ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆ ਗਏ। ਫਿਰ ਯੀਸ਼ੂ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣ ਲੱਗੇ, ਸੱਚਾ ਆਨੰਦ।
ਧੰਨ ਉਹ ਲੋਕ ਹਨ ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ, ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ। ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਧੀਰਜ ਦੇਵੇਗਾ। ਧੰਨ ਉਹ ਲੋਕ ਹਨ ਜਿਹੜੇ ਦੀਨ ਹਨ, ਉਹ ਪਰਮੇਸ਼ਰ ਦੀ ਪ੍ਰਤਿਗਿਆ ਅਨੁਸਾਰ ਅਸੀਸ ਪ੍ਰਾਪਤ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਸੱਚਾਈ ਦੇ ਭੁੱਖੇ ਅਤੇ ਧਿਆਏ ਹਨ, ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰੇਗਾ। ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ, ਪਰਮੇਸ਼ਰ ਉਹਨਾਂ ਉੱਤੇ ਦਇਆ ਕਰੇਗਾ। ਧੰਨ ਉਹ ਲੋਕ ਹਨ ਜਿਨ੍ਹਾਂ ਦੇ ਮਨ ਪਵਿੱਤਰ ਹਨ, ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਦੂਜਿਆਂ ਵਿੱਚ ਸ਼ਾਂਤੀ ਕਰਵਾਉਂਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ। ਧੰਨ ਉਹ ਲੋਕ ਹਨ ਜਿਹੜੇ ਸੱਤ ਦੇ ਕਾਰਨ ਸਤਾਏ ਜਾਂਦੇ ਹਨ, ਉਹ ਸਵਰਗ ਦੇ ਰਾਜ ਭਾਗੀ ਹੋਣਗੇ। ਧੰਨ ਤੁਸੀਂ ਹੋ ਜਦੋਂ ਮੇਰੇ ਚੇਲੇ ਹੋਣ ਦੇ ਕਾਰਨ ਲੋਕ ਤੁਹਾਨੂੰ ਬੇਪਤ ਕਰਨ, ਤੁਹਾਨੂੰ ਦੁੱਖ ਦੇਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਅਤੇ ਝੂਠੀਆਂ ਗੱਲਾਂ ਕਹਿਣ। ਆਨੰਦਵਤ ਹੋਵੋ ਅਤੇ ਖੁਸ਼ੀ ਮਨਾਓ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ। ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਸਤਾਇਆ ਸੀ। ਲੂਣ ਅਤੇ ਚਾਨਣ। ਤੁਸੀਂ ਸੰਸਾਰ ਦੇ ਲੂਣ ਹੋ, ਪਰ ਜੇਕਰ ਲੂਣ ਆਪਣਾ ਸਵਾਦ ਗਵਾ ਦੇਵੇ ਤਾਂ ਉਹ ਫਿਰ ਕਿਸੇ ਤਰ੍ਹਾਂ ਵੀ ਸਵਾਦਲਾ ਨਹੀਂ ਬਣਾਇਆ ਜਾ ਸਕਦਾ। ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ ਸਿਵਾਏ ਬਾਹਰ ਸੁੱਟੇ ਜਾਣ ਅਤੇ ਲੋਕਾਂ ਦੇ ਪੈਰਾਂ ਹੇਠਾਂ ਮਿੱਧੇ ਜਾਣ ਦੇ। ਤੁਸੀਂ ਸੰਸਾਰ ਦੇ ਚਾਨਣ ਹੋ। ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ ਹੈ। ਕੋਈ ਦੀਵਾ ਬਾਲ ਕੇ ਟੋਕਰੇ ਹੇਠਾਂ ਨਹੀਂ ਰੱਖਦਾ, ਸਗੋਂ ਦਿਖਾਵੇ ਉੱਤੇ ਰੱਖਦਾ ਹੈ ਕਿ ਉਹ ਘਰ ਦੇ ਸਭ ਲੋਕਾਂ ਨੂੰ ਚਾਨਣ ਦੇਵੇ। ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਸਾਹਮਣੇ ਚਮਕੇ ਕਿ ਲੋਕ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿੱਚ ਹੈ ਵਡਿਆਈ ਕਰਨ। ਨੇਮ ਸੰਬੰਧੀ ਸਿੱਖਿਆ। ਇਹ ਨਾ ਸੋਚੋ ਕਿ ਮੈਂ ਨੇਮ ਸ਼ਾਸਤਰ ਅਤੇ ਨਬੀਆਂ ਦੀ ਸਿੱਖਿਆਵਾਂ ਨੂੰ ਖਤਮ ਕਰਨ ਆਇਆ ਹਾਂ। ਮੈਂ ਉਹਨਾਂ ਨੂੰ ਖਤਮ ਕਰਨ ਨਹੀਂ, ਸਗੋਂ ਪੂਰਨ ਕਰਨ ਆਇਆ ਹਾਂ। ਯਾਦ ਰੱਖੋ, ਜਦੋਂ ਤੱਕ ਆਕਾਸ਼ ਅਤੇ ਧਰਤੀ ਹਨ, ਨੇਮ ਸ਼ਾਸਤਰ ਦੀ ਇੱਕ ਬਿੰਦੀ ਜਾਂ ਮਾਤਰਾ ਵੀ ਖਤਮ ਨਹੀਂ ਹੋਵੇਗੀ, ਜਦੋਂ ਤੱਕ ਕਿ ਇਹ ਸਭ ਚੀਜ਼ਾਂ ਨਾ ਹੋ ਜਾਣ। ਇਸ ਲਈ ਜੋ ਕੋਈ ਛੋਟੀ ਤੋਂ ਛੋਟੀ ਆਗਿਆ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹਿੰਦਾ ਹੈ, ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੋਵੇਗਾ। ਇਸੇ ਤਰ੍ਹਾਂ ਜੋ ਕੋਈ ਨੇਮ ਨੂੰ ਮੰਨਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਸਿਖਾਉਂਦਾ ਹੈ, ਉਹ ਸਵਰਗ ਦੇ ਰਾਜ ਵਿੱਚ ਵੱਡਾ ਹੋਵੇਗਾ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਤੱਕ ਤੁਸੀਂ ਪਰਮੇਸ਼ਰ ਦੇ ਸੱਤ ਨੂੰ ਮੰਨਣ ਵਿੱਚ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਤੋਂ ਅੱਗੇ ਨਾ ਲੰਘੋ, ਤੁਸੀਂ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦੇ। ਗੁੱਸੇ ਸੰਬੰਧੀ ਸਿੱਖਿਆ। ਤੁਸੀਂ ਸੁਣਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ਕਤਲ ਨਾ ਕਰਨਾ। ਜੋ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਆਪਣੇ ਭਰਾ ਤੇ ਗੁੱਸੇ ਹੋਵੇਗਾ ਉਹ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ, ਅਤੇ ਜੋ ਆਪਣੇ ਭਰਾ ਨੂੰ ਬੁਰਾ ਭਲਾ ਕਹੇਗਾ ਉਹ ਸਭਾ ਦੁਆਰਾ ਦੋਸ਼ੀ ਠਹਿਰਾਇਆ ਜਾਵੇਗਾ। ਇਸੇ ਤਰ੍ਹਾਂ ਜੋ ਕੋਈ ਆਪਣੇ ਭਰਾ ਨੂੰ ਕਹੇ, ਹੇ ਮੂਰਖਾ, ਉਹ ਨਰਕ ਕੁੰਡ ਦੇ ਯੋਗ ਹੋਵੇਗਾ। ਇਸ ਲਈ ਜੇਕਰ ਤੂੰ ਪਰਮੇਸ਼ਰ ਦੇ ਨਾਂ ਤੇ ਆਪਣਾ ਚੜਾਵਾ ਚੜਾਉਣ ਲਈ ਵੇਦੀ ਤੇ ਜਾਂਦਾ ਹੈ ਅਤੇ ਉੱਥੇ ਤੈਨੂੰ ਚੇਤੇ ਆ ਜਾਂਦਾ ਹੈ ਕਿ ਤੇਰੇ ਭਰਾ ਨੇ ਤੇਰੇ ਵਿਰੁੱਧ ਕੁਝ ਗਿਲਾ ਹੈ, ਤਾਂ ਤੂੰ ਆਪਣਾ ਚੜਾਵਾ ਉੱਥੇ ਵੇਦੀ ਦੇ ਸਾਹਮਣੇ ਰੱਖ ਕੇ ਅਤੇ ਤੁਰੰਤ ਪਹਿਲਾਂ ਜਾ ਕੇ ਉਸ ਨਾਲ ਮੇਲ ਕਰ ਅਤੇ ਫਿਰ ਆ ਕੇ ਆਪਣਾ ਚੜਾਵਾ ਚੜਾ। ਜੇਕਰ ਕੋਈ ਤੇਰੇ ਵਿਰੁੱਧ ਮੁਕੱਦਮਾ ਚਲਾਉਂਦਾ ਹੈ ਤਾਂ ਛੇਤੀ ਹੀ ਉਸ ਨਾਲ ਸਮਝੌਤਾ ਕਰ ਲੈ, ਜਦੋਂ ਕਿ ਤੁਸੀਂ ਦੋਵੇਂ ਅਜੇ ਅਦਾਲਤ ਦੇ ਰਾਹ ਵਿੱਚ ਹੀ ਹੋ। ਨਹੀਂ ਤਾਂ ਉਹ ਤੈਨੂੰ ਜੱਜ ਦੇ ਹਵਾਲੇ ਕਰ ਦੇਵੇਗਾ ਅਤੇ ਜੱਜ ਤੈਨੂੰ ਪੁਲਿਸ ਦੇ ਹਵਾਲੇ। ਇਸ ਤਰ੍ਹਾਂ ਫਿਰ ਤੂੰ ਕੈਦ ਵਿੱਚ ਸੁੱਟ ਦਿੱਤਾ ਜਾਵੇਂਗਾ। ਯਾਦ ਰੱਖ, ਫਿਰ ਤੂੰ ਉਸ ਸਮੇਂ ਤੱਕ ਨਹੀਂ ਛੁੱਟ ਸਕੇਗਾ ਜਦੋਂ ਤੱਕ ਤੂੰ ਜੁਰਮਾਨੇ ਦਾ ਪੈਸਾ ਨਾ ਭਰ ਦੇਵੇਂਗਾ। ਵਿਭਚਾਰ ਸੰਬੰਧੀ ਸਿੱਖਿਆ। ਤੁਸੀਂ ਇਹ ਸੁਣ ਚੁੱਕੇ ਹੋ ਕਿ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ਪਰਾਈ ਔਰਤ ਨਾਲ ਸੰਗ ਅਰਥਾਤ ਵਿਭਚਾਰ ਨਾ ਕਰਨਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਕੋਈ ਕਿਸੇ ਔਰਤ ਵੱਲ ਬੁਰੀ ਨਜ਼ਰ ਨਾਲ ਵੀ ਦੇਖਦਾ ਹੈ ਤਾਂ ਉਹ ਆਪਣੇ ਮਨ ਵਿੱਚ ਉਸ ਨਾਲ ਵਿਭਚਾਰ ਕਰ ਚੁੱਕਾ ਹੈ।
ਇਸ ਲਈ ਜੇਕਰ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾਉਂਦੀ ਹੈ ਤਾਂ ਉਸ ਨੂੰ ਕੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਜ਼ਿਆਦਾ ਲਾਭਦਾਇਕ ਹੋਏਗਾ ਕਿ ਤੇਰੇ ਸਰੀਰ ਦਾ ਇੱਕ ਅੰਗ ਨਾਸ਼ ਹੋ ਜਾਵੇ, ਬਜਾਏ ਇਸ ਦੇ ਕਿ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਜਾਵੇ। ਇਸੇ ਤਰ੍ਹਾਂ ਜੇਕਰ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ, ਕਿਉਂਕਿ ਤੇਰਾ ਲਾਭ ਐਸੇ ਵਿੱਚ ਹੈ ਕਿ ਤੇਰਾ ਇੱਕ ਅੰਗ ਨਾਸ਼ ਹੋ ਜਾਵੇ ਪਰ ਬਾਕੀ ਸਾਰਾ ਸਰੀਰ ਨਰਕ ਵਿੱਚ ਜਾਣ ਤੋਂ ਬਚ ਜਾਵੇ। ਤਲਾਕ ਸੰਬੰਧੀ ਸਿੱਖਿਆ। ਇਹ ਵੀ ਕਿਹਾ ਸੀ, ਜੇਕਰ ਕੋਈ ਆਪਣੀ ਪਤਨੀ ਨੂੰ ਛੱਡੇ ਤਾਂ ਉਹ ਉਸ ਨੂੰ ਤਲਾਕ ਪੱਤਰ ਲਿਖ ਕੇ ਦੇਵੇ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਵਿਭਚਾਰ ਨੂੰ ਛੱਡ ਕੇ ਕਿਸੇ ਹੋਰ ਕਾਰਨ ਤਲਾਕ ਦਿੰਦਾ ਹੈ ਤਾਂ ਉਹ ਉਸ ਕੋਲੋਂ ਵਿਭਚਾਰ ਕਰਾਉਂਦਾ ਹੈ। ਇਸੇ ਤਰ੍ਹਾਂ ਜੋ ਆਦਮੀ ਉਸ ਤਲਾਕ ਵਾਲੀ ਔਰਤ ਨਾਲ ਵਿਆਹ ਕਰਦਾ ਹੈ ਉਹ ਵੀ ਵਿਭਚਾਰ ਕਰਦਾ ਹੈ। ਸਹੁੰ ਚੁੱਕਣ ਸੰਬੰਧੀ ਸਿੱਖਿਆ। ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਪਿਛਲੇ ਸਮੇਂ ਵਿੱਚ ਸਾਡੇ ਪੁਰਖਿਆਂ ਨੂੰ ਕਿਹਾ ਗਿਆ ਸੀ, ਝੂਠੀ ਸਹੁੰ ਨਾ ਚੁੱਕਣਾ, ਸਗੋਂ ਆਪਣੀ ਸਹੁੰ ਪ੍ਰਭੂ ਦੇ ਸਾਹਮਣੇ ਪੂਰੀ ਕਰਨਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਕਦੇ ਵੀ ਸਹੁੰ ਨਾ ਚੁੱਕਣਾ, ਨਾ ਆਕਾਸ਼ ਦੀ, ਕਿਉਂਕਿ ਉਹ ਪਰਮੇਸ਼ਰ ਦਾ ਸਿੰਘਾਸਣ ਹੈ, ਨਾ ਹੀ ਧਰਤੀ ਦੀ, ਕਿਉਂਕਿ ਉਹ ਪਰਮੇਸ਼ਰ ਦੇ ਪੈਰਾਂ ਦੀ ਚੌਕੀ ਹੈ, ਨਾ ਹੀ ਯਰੂਸ਼ਲਮ ਦੀ, ਕਿਉਂਕਿ ਉਹ ਮਹਾਨ ਰਾਜਾ ਦਾ ਸ਼ਹਿਰ ਹੈ। ਇੱਥੋਂ ਤੱਕ ਕਿ ਆਪਣੇ ਸਿਰ ਦੀ ਵੀ ਸਹੁੰ ਨਾ ਚੁੱਕਣਾ, ਕਿਉਂਕਿ ਤੂੰ ਆਪਣੇ ਸਿਰ ਦਾ ਇੱਕ ਵਾਲ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ ਹੈ। ਬਸ ਤੁਹਾਡੀ ਗੱਲਬਾਤ ਵਿੱਚ ਹਾਂ ਦੀ ਥਾਂ ਹਾਂ ਅਤੇ ਨਾ ਦੀ ਥਾਂ ਨਾ ਹੀ ਹੋਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਜ਼ਿਆਦਾ ਜੋ ਕੁਝ ਵੀ ਹੈ ਉਸ ਦੀ ਜੜ ਬੁਰਾਈ ਹੈ। ਬਦਲਾ ਲੈਣ ਸੰਬੰਧੀ ਸਿੱਖਿਆ। ਤੁਸੀਂ ਇਹ ਸੁਣ ਚੁੱਕੇ ਹੋ ਕਿ ਪਿਛਲੇ ਸਮੇਂ ਵਿੱਚ ਇਹ ਵੀ ਕਿਹਾ ਗਿਆ ਸੀ, ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਤੁਹਾਡੇ ਨਾਲ ਬੁਰਾ ਵਰਤਾਅ ਕਰਦਾ ਹੈ ਉਸ ਤੋਂ ਬਦਲਾ ਨਾ ਲਵੋ। ਜੇਕਰ ਕੋਈ ਤੇਰੀ ਸੱਜੀ ਗੱਲ ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦੇ। ਇਸੇ ਤਰ੍ਹਾਂ ਜੇਕਰ ਕੋਈ ਤੇਰੇ ਤੇ ਮੁਕੱਦਮਾ ਕਰਕੇ ਤੇਰੇ ਤੋਂ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣੀ ਚਾਦਰ ਵੀ ਲੈਣ ਦੇ। ਫਿਰ ਜੇਕਰ ਕੋਈ 1 ਮੀਲ ਤੱਕ ਤੈਨੂੰ ਵੰਗਾਰ ਦੇ ਤੌਰ ਤੇ ਲੈ ਜਾਏ ਤਾਂ ਤੂੰ ਉਸ ਨਾਲ 2 ਮੀਲ ਤੱਕ ਜਾ। ਜੇਕਰ ਕੋਈ ਤੇਰੇ ਤੋਂ ਕੁਝ ਮੰਗੇ ਤਾਂ ਉਸ ਨੂੰ ਦੇ, ਅਤੇ ਜੇ ਤੇਰੇ ਤੋਂ ਉਧਾਰ ਚਾਹੇ ਤਾਂ ਉਸ ਨੂੰ ਇਨਕਾਰ ਨਾ ਕਰ। ਵੈਰੀਆਂ ਨਾਲ ਪਿਆਰ। ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ, ਆਪਣੇ ਮਿੱਤਰਾਂ ਨਾਲ ਪਿਆਰ ਕਰੋ ਅਤੇ ਆਪਣੇ ਵੈਰੀਆਂ ਨਾਲ ਵੈਰ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ, ਤਾਂ ਜੋ ਤੁਸੀਂ ਆਪਣੇ ਪਿਤਾ ਦੀ ਜੋ ਸਵਰਗ ਵਿੱਚ ਹੈ ਸੰਤਾਨ ਠਹਿਰੋ। ਉਹ ਵੀ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਦੋਹਾਂ ਦੇ ਲਈ ਚੜਾਉਂਦਾ ਹੈ ਅਤੇ ਚੰਗੇ ਕੰਮ ਕਰਨ ਵਾਲਿਆਂ ਅਤੇ ਮੰਦੇ ਕੰਮ ਕਰਨ ਵਾਲਿਆਂ ਦੋਹਾਂ ਤੇ ਮੀਂਹ ਵਰਾਉਂਦਾ ਹੈ। ਜੇਕਰ ਤੁਸੀਂ ਕੇਵਲ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਕੀ ਫਲ ਦੇਵੇਗਾ? ਕੀ ਇਸ ਤਰ੍ਹਾਂ ਟੈਕਸ ਲੈਣ ਵਾਲੇ ਨਹੀਂ ਕਰਦੇ ਹਨ? ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਮਿੱਤਰਾਂ ਨਾਲ ਹੀ ਮਿਲਦੇ ਜੁਲਦੇ ਹੋ ਤਾਂ ਕਿਹੜਾ ਵੱਡਾ ਕੰਮ ਕਰਦੇ ਹੋ? ਕੀ ਇਸ ਤਰ੍ਹਾਂ ਆਮ ਲੋਕ ਵੀ ਨਹੀਂ ਕਰਦੇ ਹਨ? ਇਸ ਲਈ ਤੁਸੀਂ ਵੀ ਪੂਰਨ ਬਣੋ, ਜਿਸ ਤਰ੍ਹਾਂ ਤੁਹਾਡਾ ਪਿਤਾ ਪੂਰਨ ਹੈ ਜੋ ਸਵਰਗ ਵਿੱਚ ਹੈ। ਅਧਿਆਇ 6ਵਾਂ। ਦਾਨ ਸੰਬੰਧੀ ਸਿੱਖਿਆ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਭਲੇ ਕੰਮ ਲੋਕਾਂ ਦੇ ਸਾਹਮਣੇ ਦਿਖਾਵੇ ਦੇ ਲਈ ਨਾ ਹੋਣ। ਇਸ ਤਰ੍ਹਾਂ ਕਰਨ ਤੇ ਤੁਹਾਨੂੰ ਤੁਹਾਡੇ ਪਿਤਾ ਤੋਂ ਜਿਹੜਾ ਸਵਰਗ ਵਿੱਚ ਹੈ ਕੋਈ ਫਲ ਨਹੀਂ ਮਿਲੇਗਾ। ਇਸ ਲਈ ਜਦੋਂ ਤੂੰ ਪੁੰਨ ਦਾਨ ਕਰੇ ਤਾਂ ਇਸ ਦੇ ਲਈ ਢੰਡੋਰਾ ਨਾ ਪਿੱਟੀ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਸਭਾਵਾਂ ਅਤੇ ਗਲੀਆਂ ਕੂਚੀਆਂ ਵਿੱਚ ਕਰਦੇ ਹਨ ਕਿ ਲੋਕੀ ਉਹਨਾਂ ਦੀ ਵਡਿਆਈ ਕਰਨ। ਯਾਦ ਰੱਖੋ, ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਫਲ ਪਾ ਚੁੱਕੇ ਹਨ। ਸੋ ਜਦੋਂ ਤੂੰ ਪੁੰਨ ਦਾਨ ਕਰੇ ਤਾਂ ਇਸ ਤਰ੍ਹਾਂ ਕਰ ਕਿ ਜੋ ਤੇਰਾ ਸੱਜਾ ਹੱਥ ਕਰਦਾ ਹੈ ਉਸ ਦਾ ਪਤਾ ਤੇਰੇ ਖੱਬੇ ਹੱਥ ਤੱਕ ਨੂੰ ਵੀ ਨਾ ਲੱਗੇ। ਗੱਲ ਕੀ ਤੇਰਾ ਪੁੰਨ ਦਾਨ ਬਿਲਕੁਲ ਗੁਪਤ ਹੋਵੇ, ਜਿਸ ਦਾ ਫਲ ਤੇਰਾ ਪਿਤਾ ਜੋ ਗੁਪਤ ਗੱਲਾਂ ਨੂੰ ਜਾਣਦਾ ਹੈ ਦੇਵੇਗਾ। ਪ੍ਰਾਰਥਨਾ ਸੰਬੰਧੀ ਸਿੱਖਿਆ। ਜਦੋਂ ਤੁਸੀਂ ਪ੍ਰਾਰਥਨਾ ਕਰੋ
ਤਾਂ ਪਖੰਡੀਆਂ ਵਾਂਗੂ ਨਾ ਕਰੋ। ਉਹ ਪ੍ਰਾਰਥਨਾ ਸਭਾਵਾਂ ਅਤੇ ਗਲੀਆਂ ਕੂਚੀਆਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਕਿ ਲੋਕੀ ਉਹਨਾਂ ਨੂੰ ਦੇਖਣ। ਯਾਦ ਰੱਖੋ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ। ਇਸ ਲਈ ਜਦੋਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੇ ਕਮਰੇ ਵਿੱਚ ਜਾ, ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਅੱਗੇ ਜੋ ਗੁਪਤ ਵਿੱਚ ਹੈ ਪ੍ਰਾਰਥਨਾ ਕਰ। ਇਸ ਤੇ ਤੇਰਾ ਪਿਤਾ ਜੋ ਗੁਪਤ ਗੱਲਾਂ ਦਾ ਜਾਣਨ ਵਾਲਾ ਹੈ ਤੈਨੂੰ ਫਲ ਦੇਵੇਗਾ। ਪ੍ਰਾਰਥਨਾ ਕਰਦੇ ਵੇਲੇ ਆਪਣੀ ਪ੍ਰਾਰਥਨਾ ਵਿੱਚ ਅੰਧ ਵਿਸ਼ਵਾਸੀਆਂ ਦੀ ਤਰ੍ਹਾਂ ਬਾਰ-ਬਾਰ ਇੱਕ ਹੀ ਗੱਲ ਨਾ ਕਰੋ, ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਣ ਨਾਲ ਪਰਮੇਸ਼ਰ ਉਹਨਾਂ ਦੀ ਸੁਣ ਲਵੇਗਾ। ਉਹਨਾਂ ਦੀ ਤਰ੍ਹਾਂ ਨਾ ਬਣੋ, ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਇਸ ਤਰ੍ਹਾਂ ਪ੍ਰਾਰਥਨਾ ਕਰੋ, ਹੇ ਪਿਤਾ, ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਂ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਏ, ਤੇਰੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਤੇ ਵੀ ਪੂਰੀ ਹੋਵੇ। ਸਾਡੀ ਅੱਜ ਦੀ ਰੋਟੀ ਸਾਨੂੰ ਦੇ, ਸਾਡੀਆਂ ਗਲਤੀਆਂ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਗਲਤੀਆਂ ਕਰਨ ਵਾਲਿਆਂ ਨੂੰ ਮਾਫ ਕੀਤਾ ਹੈ। ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ, ਸਗੋਂ ਬੁਰੇ ਤੋਂ ਬਚਾ, ਕਿਉਂਕਿ ਰਾਜ, ਸ਼ਕਤੀ ਅਤੇ ਮਹਿਮਾ ਸਦਾ ਤੇਰੇ ਹੀ ਹਨ। ਸੋ ਜੇਕਰ ਤੁਸੀਂ ਦੂਜਿਆਂ ਲੋਕਾਂ ਦੇ ਅਪਰਾਧਾਂ ਨੂੰ ਮਾਫ ਕਰੋਗੇ ਤਾਂ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਤੁਹਾਨੂੰ ਵੀ ਮਾਫ ਕਰ ਦੇਵੇਗਾ। ਪਰ ਜੇਕਰ ਤੁਸੀਂ ਦੂਜਿਆਂ ਦੇ ਅਪਰਾਧ ਨਹੀਂ ਮਾਫ ਕਰੋਗੇ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ ਨਹੀਂ ਕਰੇਗਾ। ਵਰਤ ਸੰਬੰਧੀ ਸਿੱਖਿਆ। ਫਿਰ ਜਦੋਂ ਤੁਸੀਂ ਵਰਤ ਰੱਖੋ ਤਾਂ ਪਖੰਡੀਆਂ ਵਾਂਗੂ ਮੂੰਹ ਉਦਾਸ ਨਾ ਬਣਾਓ, ਕਿਉਂਕਿ ਉਹ ਆਪਣੇ ਮੂੰਹ ਇਸ ਲਈ ਵਿਗਾੜ ਲੈਂਦੇ ਹਨ ਕਿ ਲੋਕੀ ਦੇਖਣ ਕਿ ਉਹਨਾਂ ਵਰਤ ਰੱਖਿਆ ਹੋਇਆ ਹੈ। ਯਾਦ ਰੱਖੋ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ। ਸੋ ਜਦੋਂ ਤੂੰ ਵਰਤ ਰੱਖੇ ਤਾਂ ਆਪਣੇ ਵਾਲਾਂ ਨੂੰ ਤੇਲ ਲਾ, ਮੂੰਹ ਧੋ, ਤਾਂ ਜੋ ਲੋਕੀ ਇਹ ਨਾ ਜਾਣਨ ਕਿ ਤੂੰ ਵਰਤ ਰੱਖਿਆ ਹੈ। ਇਹ ਕੇਵਲ ਤੇਰਾ ਪਿਤਾ ਹੀ ਜੋ ਗੁਪਤ ਵਿੱਚ ਹੈ ਜਾਣੇ। ਜੋ ਤੇਰੇ ਗੁਪਤ ਕੰਮਾਂ ਨੂੰ ਦੇਖਦਾ ਹੈ ਉਹੀ ਤੈਨੂੰ ਇਸ ਦਾ ਫਲ ਦੇਵੇਗਾ। ਸਵਰਗ ਵਿੱਚ ਧਨ। ਧਰਤੀ ਉੱਤੇ ਆਪਣੇ ਲਈ ਧਨ ਇਕੱਠਾ ਨਾ ਕਰੋ, ਜਿੱਥੇ ਕੀੜੇ ਅਤੇ ਜੰਗਲ ਨਾਸ਼ ਕਰ ਦਿੰਦੇ ਹਨ, ਚੋਰ ਸੰਨਾ ਲਾਉਂਦੇ ਅਤੇ ਚੋਰੀਆਂ ਕਰਦੇ ਹਨ। ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ, ਜਿੱਥੇ ਕੀੜਾ ਅਤੇ ਜੰਗਲ ਨਾਸ਼ ਨਹੀਂ ਕਰ ਸਕਦੇ ਹਨ, ਨਾ ਹੀ ਚੋਰ ਸੰਨ ਲਾ ਸਕਦੇ ਅਤੇ ਨਾ ਹੀ ਚੋਰੀ ਕਰ ਸਕਦੇ ਹਨ। ਕਿਉਂਕਿ ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ ਮਨ ਸਦਾ ਲੱਗਾ ਰਹੇਗਾ। ਸਰੀਰ ਦਾ ਦੀਵਾ। ਸਰੀਰ ਦਾ ਦੀਵਾ ਅੱਖ ਹੈ। ਇਸ ਲਈ ਜੇਕਰ ਤੇਰੀ ਅੱਖ ਸਾਫ਼ ਹੈ ਤਾਂ ਤੇਰਾ ਸਰੀਰ ਚਾਨਣ ਨਾਲ ਭਰਿਆ ਹੋਵੇਗਾ। ਜੇਕਰ ਤੇਰੀ ਅੱਖ ਖਰਾਬ ਹੈ ਤਾਂ ਤੇਰਾ ਸਾਰਾ ਸਰੀਰ ਵੀ ਹਨੇਰੇ ਨਾਲ ਭਰਿਆ ਹੋਵੇਗਾ। ਸੋ ਜੇਕਰ ਤੇਰੇ ਅੰਦਰਲਾ ਚਾਨਣ ਹਨੇਰੇ ਵਿੱਚ ਬਦਲ ਜਾਵੇ ਤਾਂ ਇਹ ਕਿੰਨਾ ਵੱਡਾ ਹਨੇਰਾ ਹੋਵੇਗਾ। ਪਰਮੇਸ਼ਰ ਅਤੇ ਧਨ। ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਹੈ। ਉਹ ਇੱਕ ਨਾਲ ਘ੍ਰਿਣਾ ਕਰੇਗਾ ਅਤੇ ਦੂਜੇ ਨਾਲ ਪਿਆਰ, ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਦਾ ਤਿਰਸਕਾਰ। ਤੁਸੀਂ ਪਰਮੇਸ਼ਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ਹੋ। ਪਰਮੇਸ਼ਰ ਉੱਤੇ ਭਰੋਸਾ ਰੱਖਣਾ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰਨਾ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਹਿਨਾਂਗੇ, ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਅਧਿਕ ਹੈ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ। ਆਕਾਸ਼ ਦੇ ਪੰਛੀਆਂ ਵੱਲ ਧਿਆਨ ਦੇਵੋ, ਉਹ ਨਾ ਬੀਜਦੇ ਹਨ ਤੇ ਨਾ ਵਾਢੀ ਕਰਦੇ ਹਨ, ਨਾ ਹੀ ਭੜੋਲਿਆਂ ਵਿੱਚ ਇਕੱਠਾ ਕਰਦੇ ਹਨ, ਪਰ ਫਿਰ ਵੀ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਉਹਨਾਂ ਨੂੰ ਖਾਣ ਲਈ ਭੋਜਨ ਦਿੰਦਾ ਹੈ। ਕੀ ਤੁਸੀਂ ਪੰਛੀਆਂ ਨਾਲੋਂ ਕਿਤੇ ਅਧਿਕ ਉੱਤਮ ਨਹੀਂ ਹੋ? ਤੁਹਾਡੇ ਵਿੱਚੋਂ ਕੌਣ ਹੈ ਜੋ ਚਿੰਤਾ ਕਰਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵਾਧਾ ਵੀ ਕਰ ਸਕਦਾ ਹੈ? ਤੁਸੀਂ ਕੱਪੜੇ ਲੱਤੇ ਬਾਰੇ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਵੱਲ ਧਿਆਨ ਦੇਵੋ, ਉਹ ਕਿਸ ਤਰ੍ਹਾਂ ਵੱਧਦੇ ਫੁੱਲਦੇ ਹਨ। ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ। ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਬੇਸ਼ੱਕ ਬਹੁਤ ਧਨੀ ਰਾਜਾ ਸੀ, ਪਰ ਫਿਰ ਵੀ ਉਸ ਦੇ ਵਸਤਰ ਵੀ ਇਹਨਾਂ ਫੁੱਲਾਂ ਨਾਲੋਂ ਵੱਧ ਸੁੰਦਰ ਨਹੀਂ ਸਨ। ਸੋ ਜੇਕਰ ਪਰਮੇਸ਼ਰ ਇਸ ਘਾਹ ਨੂੰ ਜੋ ਅੱਜ ਮੈਦਾਨ ਵਿੱਚ ਹੈ ਅਤੇ ਕੱਲ ਭੱਠੀ ਵਿੱਚ ਝੋਕੀ ਜਾਵੇਗੀ ਇਸ ਤਰ੍ਹਾਂ ਸਜਾਉਂਦਾ ਹੈ, ਤਾਂ ਉਹ ਤੁਹਾਨੂੰ ਕਿਉਂ ਨਾ ਪਾਉਣ ਲਈ ਦੇਵੇਗਾ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ।
ਇਸ ਲਈ ਇਹ ਕਹਿ ਕੇ ਚਿੰਤਾ ਨਾ ਕਰੋ, ਅਸੀਂ ਕੀ ਖਾਵਾਂਗੇ ਜਾਂ ਅਸੀਂ ਕੀ ਪੀਵਾਂਗੇ ਜਾਂ ਅਸੀਂ ਕੀ ਪਹਿਨਾਂਗੇ। ਆਮ ਲੋਕੀ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੇ ਹਨ, ਪਰ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਜਾਣਦਾ ਹੈ ਕਿ ਤੁਹਾਨੂੰ ਇਹਨਾਂ ਸਭਨਾਂ ਚੀਜ਼ਾਂ ਦੀ ਲੋੜ ਹੈ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਇੱਛਾ ਨੂੰ ਖੋਜੋ, ਤਾਂ ਇਹ ਸਭ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਵੇਗਾ। ਇਸ ਲਈ ਕੱਲ ਦੀ ਚਿੰਤਾ ਨਾ ਕਰੋ, ਕੱਲ ਆਪ ਆਪਣੀ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ। ਅਧਿਆਇ 7ਵਾਂ। ਦੂਜਿਆਂ ਉੱਤੇ ਦੋਸ਼ ਲਾਉਣਾ। ਦੂਜਿਆਂ ਤੇ ਦੋਸ਼ ਨਾ ਲਾਓ, ਤਾਂ ਪਰਮੇਸ਼ਰ ਵੀ ਤੁਹਾਡੇ ਤੇ ਦੋਸ਼ ਨਹੀਂ ਲਾਵੇਗਾ। ਪਰਮੇਸ਼ਰ ਤੁਹਾਡੇ ਤੇ ਉਸੇ ਤਰ੍ਹਾਂ ਦੋਸ਼ ਲਾਵੇਗਾ ਜਿਸ ਤਰ੍ਹਾਂ ਤੁਸੀਂ ਦੂਜਿਆਂ ਤੇ ਦੋਸ਼ ਲਾਉਂਦੇ ਹੋ। ਜਿਸ ਮਾਪ ਨਾਲ ਤੁਸੀਂ ਦੂਜਿਆਂ ਲਈ ਮਿਣਦੇ ਹੋ, ਪਰਮੇਸ਼ਰ ਵੀ ਤੁਹਾਡੇ ਲਈ ਉਸੇ ਨਾਲ ਮਿਣੇਗਾ। ਤੂੰ ਆਪਣੇ ਭਰਾ ਦੀ ਅੱਖ ਦੇ ਤੀਲੇ ਨੂੰ ਕਿਉਂ ਦੇਖਦਾ ਹੈ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦਿਖਾਈ ਦਿੰਦਾ? ਜਾਂ ਤੂੰ ਕਿਸ ਤਰ੍ਹਾਂ ਆਪਣੇ ਭਰਾ ਨੂੰ ਕਹਿੰਦਾ ਹੈ, ਭਰਾ ਲਿਆ ਮੈਂ ਤੇਰੀ ਅੱਖ ਵਿੱਚੋਂ ਤੀਲਾ ਕੱਢ ਦੇਵਾਂ? ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ? ਪਖੰਡੀ ਪਹਿਲੇ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ, ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਤੀਲਾ ਕੱਢ ਸਕੇਗਾ। ਪ੍ਰਸ਼ਾਦ ਕੁੱਤਿਆਂ ਨੂੰ ਨਾ ਦਿਓ ਅਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਤਾਂ ਜੋ ਉਹ ਉਹਨਾਂ ਨੂੰ ਆਪਣੇ ਪੈਰਾਂ ਥੱਲੇ ਨਾ ਮਿੱਧਣ ਅਤੇ ਮੁੜ ਕੇ ਤੁਹਾਨੂੰ ਵੀ ਨਾ ਪਾੜਨ। ਮੰਗੋ, ਲੱਭੋ, ਖੜਕਾਓ। ਮੰਗੋ ਕਿਉਂਕਿ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਕਿਉਂਕਿ ਤੁਹਾਨੂੰ ਮਿਲੇਗਾ, ਖੜਕਾਓ ਕਿਉਂਕਿ ਤੁਹਾਡੇ ਲਈ ਬੂਹਾ ਖੋਲ੍ਹਿਆ ਜਾਵੇਗਾ। ਹਰ ਇੱਕ ਜੋ ਮੰਗਦਾ ਹੈ ਉਹ ਪ੍ਰਾਪਤ ਕਰਦਾ ਹੈ, ਜੋ ਲੱਭਦਾ ਹੈ ਉਸ ਨੂੰ ਮਿਲਦਾ ਹੈ, ਅਤੇ ਜੋ ਖੜਕਾਉਂਦਾ ਹੈ ਉਸ ਲਈ ਬੂਹਾ ਖੋਲ੍ਹਿਆ ਜਾਂਦਾ ਹੈ। ਤੁਹਾਡੇ ਵਿੱਚੋਂ ਇਹੋ ਜਿਹਾ ਕੌਣ ਪਿਤਾ ਹੈ ਜੋ ਆਪਣੇ ਪੁੱਤਰ ਨੂੰ ਜੇਕਰ ਉਹ ਰੋਟੀ ਮੰਗੇ ਤਾਂ ਪੱਥਰ ਦੇਵੇ, ਜਾਂ ਜੇਕਰ ਉਹ ਮੱਛੀ ਮੰਗੇ ਤਾਂ ਉਸ ਨੂੰ ਸੱਪ ਦੇਵੇ? ਸੋ ਇਸ ਤਰ੍ਹਾਂ ਜਦੋਂ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਚਾਹੁੰਦੇ ਹੋ, ਤਾਂ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਕਿਉਂ ਨਾ ਦੇਵੇਗਾ? ਉਹ ਸਭ ਜੋ ਤੁਸੀਂ ਚਾਹੁੰਦੇ ਹੋ ਕਿ ਲੋਕੀ ਤੁਹਾਡੇ ਨਾਲ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਨਾਲ ਕਰੋ, ਕਿਉਂਕਿ ਵਿਵਸਥਾ ਅਤੇ ਨਬੀਆਂ ਦੀ ਸਿੱਖਿਆਵਾਂ ਦਾ ਇਹੀ ਅਰਥ ਹੈ। ਤੰਗ ਬੂਹਾ। ਤੁਸੀਂ ਤੰਗ ਬੂਹੇ ਰਾਹੀਂ ਅੰਦਰ ਜਾਓ, ਕਿਉਂਕਿ ਉਹ ਬੂਹਾ ਚੌੜਾ ਹੈ ਅਤੇ ਉਹ ਰਾਹ ਸੌਖਾ ਹੈ ਜਿਹੜਾ ਨਰਕ ਵਿੱਚ ਜਾਂਦਾ ਹੈ, ਅਤੇ ਬਹੁਤ ਲੋਕੀ ਹਨ ਜਿਹੜੇ ਇਸ ਰਾਹੀਂ ਅੰਦਰ ਜਾਂਦੇ ਹਨ। ਪਰ ਉਹ ਬੂਹਾ ਤੰਗ ਹੈ ਅਤੇ ਉਹ ਰਾਹ ਔਖਾ ਹੈ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ, ਅਤੇ ਬਹੁਤ ਥੋੜੇ ਲੋਕੀ ਹਨ ਜਿਹੜੇ ਇਸ ਨੂੰ ਲੱਭਦੇ ਹਨ। ਫਲ ਤੋਂ ਰੁੱਖ ਦੀ ਪਛਾਣ। ਝੂਠੇ ਨਬੀਆਂ ਤੋਂ ਸਾਵਧਾਨ ਰਹੋ। ਉਹ ਤੁਹਾਡੇ ਕੋਲ ਭੇਡਾਂ ਦੇ ਵੇਸ਼ ਵਿੱਚ ਆਉਂਦੇ ਹਨ, ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹੁੰਦੇ ਹਨ। ਤੁਸੀਂ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ, ਕਿਉਂਕਿ ਕੰਡਿਆਲੀ ਝਾੜੀਆਂ ਤੋਂ ਅੰਗੂਰ ਨਹੀਂ ਮਿਲਦੇ ਅਤੇ ਨਾ ਹੀ ਕੰਡਿਆਲੀ ਬੇਰੀ ਤੇ ਅੰਜੀਰਾਂ ਮਿਲਦੀਆਂ ਹਨ। ਚੰਗੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ਅਤੇ ਬੁਰੇ ਰੁੱਖ ਨੂੰ ਬੁਰਾ ਫਲ ਲੱਗਦਾ ਹੈ। ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗ ਸਕਦਾ ਅਤੇ ਨਾ ਹੀ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ। ਕੋਈ ਵੀ ਰੁੱਖ ਜੋ ਚੰਗਾ ਫਲ ਨਹੀਂ ਦਿੰਦਾ, ਉਹ ਵੱਢ ਦਿੱਤਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਲਈ ਤੁਸੀਂ ਬੁਰਿਆਂ ਨਬੀਆਂ ਨੂੰ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ। ਮੈਂ ਤੁਹਾਨੂੰ ਨਹੀਂ ਜਾਣਦਾ ਹਾਂ। ਹਰ ਕੋਈ ਉਹ ਆਦਮੀ ਜੋ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋਵੇਗਾ, ਪਰ ਉਹ ਲੋਕੀ ਜਿਹੜੇ ਮੇਰੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਇੱਛਾ ਪੂਰੀ ਕਰਦੇ ਹਨ ਦਾਖਲ ਹੋਣਗੇ। ਬਹੁਤ ਸਾਰੇ ਲੋਕੀ ਉਸ ਅੰਤਮ ਦਿਨ ਮੈਨੂੰ ਕਹਿਣਗੇ, ਪ੍ਰਭੂ ਜੀ, ਪ੍ਰਭੂ ਜੀ, ਕੀ ਅਸੀਂ ਤੇਰੇ ਨਾਂ ਤੇ ਪਰਮੇਸ਼ਰ ਦਾ ਵਚਨ ਨਹੀਂ ਸੁਣਾਇਆ ਸੀ? ਤੇਰੇ ਨਾਂ ਤੇ ਭੂਤਾਂ ਨੂੰ ਨਹੀਂ ਕੱਢਿਆ ਸੀ ਅਤੇ ਤੇਰੇ ਨਾਂ ਤੇ ਕਈ ਕਰਾਮਾਤਾਂ ਨਹੀਂ ਵਿਖਾਈਆਂ ਸਨ? ਉਸ ਸਮੇਂ ਮੈਂ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਹੇ ਬੁਰੇ ਲੋਕੋ, ਮੇਰੇ ਕੋਲੋਂ ਦੂਰ ਹੋ ਜਾਓ। ਦੋ ਤਰ੍ਹਾਂ ਦੀਆਂ ਨੀਹਾਂ। ਇਸ ਲਈ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਹਨਾਂ ਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ
जिस ने अपना घर चट्टान ते बनाया। जदों वरखा आई, हड़ आए, हनेरियां वगियां अते उस घर नाल टकराइयां, ओ घर ना डिग्गा, क्योंकि उस घर दी नींह चट्टान उत्ते रखी हुई सी। पर जो कोई मेरे वचनां नूं सुणदा है पर उन्हां ते चलदा नहीं है, वो उस मूर्ख आदमी वर्गा है जिसने अपना घर रेत ते बनाया है। इसलिए जदों वरखा आई, हड़ आए, हनेरियां वगियां अते उस घर नाल टकराइयां, तो वो घर डिग पिया। उस दी ढहाई किन्नी भयंकर सी। प्रभु यीशु दा अधिकार। जदों यीशु अपनी सिक्ख्यावां खत्म कर चुके तां लोकी उन्हां दे सिक्ख्यावां देण दे ढंग ते बहुत हैरान होए। ਉਹ ਲੋਕਾਂ ਦੇ ਧਰਮ ਗ੍ਰੰਥੀਆਂ ਵਾਂਗੂ ਸਿੱਖਿਆ ਨਹੀਂ ਦਿੰਦੇ ਸਨ, ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦੇ ਸਨ। ਅਧਿਆਇ 8ਵਾਂ। ਪ੍ਰਭੂ ਯੀਸ਼ੂ ਇੱਕ ਕੋੜੀ ਨੂੰ ਚੰਗਾ ਕਰਦੇ ਹਨ। ਇਸ ਦੇ ਪਿੱਛੋਂ ਯੀਸ਼ੂ ਪਹਾੜ ਤੋਂ ਉਤਰ ਕੇ ਥੱਲੇ ਆਏ। ਉਹਨਾਂ ਦੇ ਪਿੱਛੇ ਬਹੁਤ ਸਾਰੇ ਲੋਕੀ ਵੀ ਸਨ। ਉਸ ਸਮੇਂ ਉਹਨਾਂ ਕੋਲ ਇੱਕ ਕੋੜੀ ਆਇਆ। ਉਸ ਕੋੜੀ ਨੇ ਯੀਸ਼ੂ ਦੇ ਪੈਰੀਂ ਪੈ ਕੇ ਬੇਨਤੀ ਕੀਤੀ, ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ। ਯੀਸ਼ੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਹਨੂੰ ਛੂਹਿਆ ਅਤੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ। ਉਸ ਆਦਮੀ ਦਾ ਕੋੜ ਉਸੇ ਵੇਲੇ ਦੂਰ ਹੋ ਗਿਆ। ਫਿਰ ਯੀਸ਼ੂ ਨੇ ਉਸ ਨੂੰ ਕਿਹਾ, ਕਿਸੇ ਨੂੰ ਇਸ ਦੇ ਬਾਰੇ ਕੁਝ ਨਾ ਦੱਸਣਾ, ਪਰ ਜਾ ਕੇ ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾ ਅਤੇ ਜੋ ਚੜਾਵਾ ਮੂਸਾ ਨੇ ਚੰਗਾ ਹੋਣ ਦੇ ਲਈ ਠਹਿਰਾਇਆ ਹੈ, ਜਾ ਕੇ ਚੜਾ। ਇਸ ਤੋਂ ਸਾਰੇ ਲੋਕੀ ਜਾਣਨਗੇ ਕਿ ਤੂੰ ਹੁਣ ਠੀਕ ਹੋ ਗਿਆ ਹੈ। ਪ੍ਰਭੂ ਯੀਸ਼ੂ ਇੱਕ ਸੂਬੇਦਾਰ ਦੇ ਨੌਕਰ ਨੂੰ ਚੰਗਾ ਕਰਦੇ ਹਨ। ਯੀਸ਼ੂ ਕਫਰਨਾਹੂਮ ਸ਼ਹਿਰ ਵਿੱਚ ਆਏ। ਉੱਥੇ ਉਹਨਾਂ ਕੋਲ ਇੱਕ ਸੂਬੇਦਾਰ ਨੇ ਆ ਕੇ ਬੇਨਤੀ ਕੀਤੀ, ਸ਼੍ਰੀਮਾਨ ਜੀ, ਮੇਰੇ ਨੌਕਰ ਨੂੰ ਅਧਰੰਗ ਦਾ ਰੋਗ ਹੈ। ਉਹ ਘਰ ਵਿੱਚ ਹੈ। ਉਸ ਦਾ ਬਹੁਤ ਬੁਰਾ ਹਾਲ ਹੈ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਮੈਂ ਜਾ ਕੇ ਉਸ ਨੂੰ ਚੰਗਾ ਕਰ ਦੇਵਾਂਗਾ। ਪਰ ਉਸ ਸੂਬੇਦਾਰ ਨੇ ਕਿਹਾ, ਨਹੀਂ ਸ਼੍ਰੀਮਾਨ ਜੀ, ਮੈਂ ਇਸ ਲਾਇਕ ਨਹੀਂ ਹਾਂ ਕਿ ਤੁਸੀਂ ਮੇਰੇ ਘਰ ਆਵੋ। ਬਸ ਤੁਸੀਂ ਇੱਕ ਸ਼ਬਦ ਹੀ ਕਹਿ ਦਿਓ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ। ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ। ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ ਜਾ, ਤਾਂ ਉਹ ਜਾਂਦਾ ਹੈ, ਅਤੇ ਜਿਸ ਨੂੰ ਕਹਿੰਦਾ ਹਾਂ ਆ, ਤਾਂ ਉਹ ਆਉਂਦਾ ਹੈ। ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾ ਹਾਂ ਇਹ ਕਰ, ਤਾਂ ਉਹ ਕਰਦਾ ਹੈ। ਯੀਸ਼ੂ ਇਹ ਸੁਣ ਕੇ ਸੂਬੇਦਾਰ ਦੇ ਵਿਸ਼ਵਾਸ ਤੇ ਹੈਰਾਨ ਰਹਿ ਗਏ। ਇਸ ਲਈ ਉਹ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਬੋਲੇ, ਇਹ ਸੱਚ ਹੈ ਕਿ ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਇਜ਼ਰਾਈਲ ਵਿੱਚ ਵੀ ਨਹੀਂ ਦੇਖਿਆ। ਇਸ ਲਈ ਯਾਦ ਰੱਖੋ, ਬਹੁਤ ਸਾਰੇ ਲੋਕੀ ਚੜ੍ਹਦੇ ਅਤੇ ਲਹਿੰਦੇ ਤੋਂ ਆ ਕੇ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਬੈਠ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨਗੇ, ਪਰ ਰਾਜ ਦੇ ਅਸਲ ਅਧਿਕਾਰੀ ਬਾਹਰ ਹਨੇਰੇ ਵਿੱਚ ਸੁੱਟ ਦਿੱਤੇ ਜਾਣਗੇ, ਜਿੱਥੇ ਰੋਣਾ ਅਤੇ ਦੰਦਾਂ ਦਾ ਪੀਣਾ ਹੋਵੇਗਾ। ਫਿਰ ਯੀਸ਼ੂ ਨੇ ਉਸ ਸੂਬੇਦਾਰ ਨੂੰ ਕਿਹਾ, ਜਾ, ਤੇਰੇ ਵਿਸ਼ਵਾਸ ਦੇ ਅਨੁਸਾਰ ਤੇਰੇ ਨਾਲ ਕੀਤਾ ਜਾਵੇਗਾ। ਉਸ ਦਾ ਨੌਕਰ ਉਸੇ ਘੜੀ ਚੰਗਾ ਹੋ ਗਿਆ। ਪ੍ਰਭੂ ਯੀਸ਼ੂ ਬਹੁਤ ਸਾਰੇ ਬਿਮਾਰਾਂ ਨੂੰ ਚੰਗਾ ਕਰਦੇ ਹਨ। ਫਿਰ ਯੀਸ਼ੂ ਪਤਰਸ ਦੇ ਘਰ ਆਏ। ਉੱਥੇ ਉਹਨਾਂ ਨੇ ਪਤਰਸ ਦੀ ਸੱਸ ਨੂੰ ਦੇਖਿਆ, ਜੋ ਤਾਪ ਦੇ ਕਾਰਨ ਮੰਜੀ ਤੇ ਪਈ ਹੋਈ ਸੀ। ਇਸ ਲਈ ਯੀਸ਼ੂ ਨੇ ਉਸ ਦੇ ਹੱਥ ਨੂੰ ਛੂਹਿਆ। ਉਸ ਦਾ ਤਾਪ ਉਸੇ ਵੇਲੇ ਹੀ ਉਤਰ ਗਿਆ ਅਤੇ ਉਹ ਉੱਠ ਕੇ ਉਹਨਾਂ ਦੀ ਟਹਿਲ ਸੇਵਾ ਕਰਨ ਲੱਗੀ। ਜਦੋਂ ਤਰਕਾਲਾਂ ਪੈ ਗਈਆਂ ਤਾਂ ਲੋਕੀ ਬਹੁਤਿਆਂ ਨੂੰ ਯੀਸ਼ੂ ਕੋਲ ਲੈ ਕੇ ਆਏ, ਜਿਨ੍ਹਾਂ ਨੂੰ ਭੂਤ ਚੰਬੜੇ ਹੋਏ ਸਨ। ਯੀਸ਼ੂ ਨੇ ਅਸ਼ੁੱਧ ਆਤਮਾਵਾਂ ਨੂੰ ਕੇਵਲ ਇੱਕ ਹੀ ਸ਼ਬਦ ਨਾਲ ਕੱਢ ਦਿੱਤਾ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਵੀ ਚੰਗਾ ਕਰ ਦਿੱਤਾ। ਇਹ ਕਰਨ ਦੁਆਰਾ ਯੀਸ਼ੂ ਨੇ ਯਸਾਯਾ ਨਬੀ ਦੇ ਇਹਨਾਂ ਸ਼ਬਦਾਂ ਨੂੰ ਸੱਚਾ ਸਿੱਧ ਕੀਤਾ, ਉਸ ਨੇ ਆਪ ਸਾਡੀਆਂ ਕਮਜ਼ੋਰੀਆਂ ਨੂੰ ਲੈ ਲਿਆ, ਉਸ ਨੇ ਆਪ ਸਾਡੀਆਂ ਬਿਮਾਰੀਆਂ ਨੂੰ ਚੁੱਕ ਲਿਆ। ਪ੍ਰਭੂ ਯੀਸ਼ੂ ਦੇ ਪਿੱਛੇ ਚੱਲਣ ਦਾ ਮੁੱਲ। ਯੀਸ਼ੂ ਨੇ ਆਪਣੇ ਆਲੇ ਦੁਆਲੇ ਇੱਕ ਵੱਡੀ ਭੀੜ ਦੇਖੀ, ਇਸ ਲਈ ਉਹਨਾਂ ਨੇ ਝੀਲ ਦੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ। ਪਰ ਉਸ ਵੇਲੇ ਉਹਨਾਂ ਕੋਲ ਇੱਕ ਧਰਮ ਗ੍ਰੰਥੀ ਆਇਆ ਅਤੇ ਕਹਿਣ ਲੱਗਾ, ਗੁਰੂ ਜੀ, ਜਿੱਥੇ ਕਿਤੇ ਵੀ ਤੁਸੀਂ ਜਾਵੋ
मैं तुहाडे पिछे जावांगा। अग्गों यीशु ने उस नूं कहा, लूंबड़ियां दे रहण लई घुरने हन, आकाश दे पंछियां कोल अपने आलणे हन, पर मनुख दे पुत्र कोल सिर रखण जोगी थां भी नहीं है। एक दूजे आदमी ने, जो उन्हां दे चेलियां विचों ही एक सी, कहा, प्रभु जी, पहला मैनू आग्या दिओ कि मैं जाके अपने पिता दा अंतिम संस्कार कर आवां। पर यीशु ने उस नूं उत्तर दिता, तू मेरे पिछे चल अते मुर्दियां नूं अपने मुर्दियां दा संस्कार करन दिओ। प्रभु यीशु तूफान नूं बंद करदे हन। इस दे पिछों यीशु बेड़ी विच चढ़ गए। उसे समय अचानक झील विच एक वड्डा तूफान आ गया, इत्थों तक कि बेड़ी लहरां दे विच लुक गई। पर यीशु गूढ़ी नींद सुत्ते पए सन। इस लई चेले यीशु कोल आए अते उन्हां नूं जगा के बोले, प्रभु जी, सानू बचाओ, असी नाश होण वाले हां। प्रभु यीशु ने उन्हां नूं कहा, तुसी इन्ने डरे होए हो? तुहाडा विश्वास बहुत कच्चा है। फिर यीशु उठे अते हनेरी ते लहरां नूं झिड़किया। उसे वेले उत्थे फिर पहला वांग शांत वातावरण हो गया। इस ते सब दे सब हैरान रह गए। वो कहण लगे, ए मनुख किस तरह दा है? इस दा कहना तां हनेरी अते लहरां भी मनदियां हन। प्रभु यीशु दो भूतां वाले आदमी नूं चंगा करदे हन। फिर यीशु झील दे दूजे पासे गिराशेन दे इलाके विच आए। उत्थे उन्हां नूं दो आदमी मिले जो कब्रस्तान विचों निकल के आए सन। इन्हां आदमियां नूं भूत चंबड़े होए सन। ये बहुत ही भयंकर अते खतरनाक सन। इस लई कोई भी उस राह तो लंघ नहीं सी सकदा। वो दोवें चीकदे होए बोले, हे परमेश्वर दे पुत्र, तुसी साडे कोलों की लेना है? की तुसी ठहराए होए समय तो पहला ही साडा नाश करन आए हो? उस समय उत्थे कुछ दूर सूरां दा एक बहुत वड्डा इज्जड़ चुग रिहा सी। इस लई भूतां ने यीशु अगे बेनती कीती, जेकर तुसी कढना ही चाहुंदे हो तां सानू उस सूरां दे इज्जड़ वल घल दिओ। यीशु ने उन्हां नूं कहा, जाओ। इस लई ओ उन्हां आदमियां विचों निकल के उन्हां सूरां नूं जा चंबड़े। सूर उस वेले पहाड़ दी ढलान तो झील वल दौड़े अते उस विच डुब के मर गए। जो आदमी सूरां नूं चरा रहे सन, ओ उस वेले दौड़े अते नगर विच जाके इस सारी घटना बारे लोकां नूं दस्सिया। उन्हां नूं भूत चंबड़े होए आदमियां दे बारे भी दस्सिया कि उन्हां नाल की होया है। इस लई उस नगर दे सारे लोकी यीशु नूं मिलन लई बाहर आए। उन्हां यीशु अगे बेनती कीती कि ओ उन्हां दे इलाके विचों चले जाण। अध्याय 9। प्रभु यीशु एक अधरंगी नूं ठीक करदे हन। यीशु बेड़ी विच फिर चढ़ गए अते झील दे दूजे पासे अपने नगर विच आ गए। उत्थे कुछ लोकी एक अधरंगी नूं मंजी उत्ते पा के उन्हां कोल लै गए। यीशु ने उन्हां लोकां दा विश्वास देख के उस अधरंगी नूं कहा, धीरज रख मेरे बच्चे, तेरे पाप माफ होए। ਇਹ सुन के कुछ धर्म ग्रंथी आपो विच कहण लगे, ਇਹ परमेश्वर दी निंदा करदा है। उन्हां दियां इन्हां सोचां नूं जाणदे होए यीशु ने उन्हां नूं कहा, तुसीं अपने मनां विच इस तरह बुरे विचार क्यों लिया रहे हो? सौखा की है, ਇਹ कहना तेरे पाप माफ होए, जां ਇਹ कहना उठ अते चल फिर? पर इस तो तुसीं जाण जाओ कि मनुख दे पुत्र नूं इस धरती ते पाप माफ करन दा अधिकार भी है। फिर यीशु ने अधरंगी नूं कहा, उठ, अपना मंजा चुक अते अपने घर नूं जा। वो आदमी उसे वेले उठिया अते अपने घर नूं चला गया। पर जदों लोकां ने यह देखिया तां वो डर गए। वो सब परमेश्वर दे आदमियां नूं इहो जिहा अधिकार देण दे लई वडियाई करन लगे। प्रभु यीशु मत्ती नूं बुलाउंदे हन। यीशु उस थां तो चल पए। जदों वो जा रहे सन तां उन्हां ने मत्ती नां दे एक टैक्स लैण वाले नूं अपने दफ्तर विच बैठे देखिया। यीशु ने उस नूं कहा, मेरे पिछे चल। मत्ती ये सुन के उठिया अते उन्हां दा चेला बन गया।
ਜਦੋਂ ਯੀਸ਼ੂ ਮੱਤੀ ਦੇ ਘਰ ਭੋਜਨ ਕਰਨ ਦੇ ਲਈ ਬੈਠੇ ਤਾਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠੇ। ਪਰ ਕੁਝ ਫਰੀਸੀਆਂ ਨੇ ਇਹ ਦੇਖ ਕੇ ਯੀਸ਼ੂ ਦੇ ਚੇਲਿਆਂ ਨੂੰ ਕਿਹਾ, ਤੁਹਾਡਾ ਗੁਰੂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਬੈਠ ਕੇ ਕਿਉਂ ਖਾਂਦਾ ਹੈ? ਯੀਸ਼ੂ ਨੇ ਇਹ ਸੁਣ ਕੇ ਉੱਤਰ ਦਿੱਤਾ, ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਹੈ, ਪਰ ਰੋਗੀਆਂ ਨੂੰ ਹੈ। ਜਾਓ ਅਤੇ ਇਸ ਦਾ ਅਰਥ ਸਮਝੋ। ਮੈਂ ਕੁਰਬਾਨੀ ਨਹੀਂ, ਸਗੋਂ ਦਇਆ ਦਾ ਚਾਹਵਾਨ ਹਾਂ। ਮੈਂ ਧਰਮੀਆਂ ਨੂੰ ਨਹੀਂ, ਬਲਕਿ ਪਾਪੀਆਂ ਨੂੰ ਸੱਦਣ ਲਈ ਆਇਆ ਹਾਂ। ਵਰਤ ਸੰਬੰਧੀ ਪ੍ਰਸ਼ਨ। ਤਦ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਯੀਸ਼ੂ ਕੋਲ ਆਏ ਅਤੇ ਪੁੱਛਣ ਲੱਗੇ, ਇਹ ਕਿਉਂ? ਅਸੀਂ ਅਤੇ ਫਰੀਸੀ ਤਾਂ ਅਕਸਰ ਵਰਤ ਰੱਖਦੇ ਹਾਂ, ਪਰ ਤੁਹਾਡੇ ਚੇਲੇ ਬਿਲਕੁਲ ਹੀ ਨਹੀਂ ਰੱਖਦੇ ਹਨ। ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਕੀ ਲਾੜੇ ਦੇ ਨਾਲ ਹੁੰਦਿਆਂ ਹੋਇਆਂ ਬਰਾਤੀ ਸੋਗ ਕਰ ਸਕਦੇ ਹਨ? ਨਹੀਂ, ਇਹ ਨਹੀਂ ਹੋ ਸਕਦਾ। ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ ਤਾਂ ਉਹ ਵਰਤ ਰੱਖਣਗੇ। ਕੋਈ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ ਹੈ। ਇਸ ਤਰ੍ਹਾਂ ਨਵੀਂ ਟਾਕੀ ਦੀ ਖਿੱਚ ਨਾਲ ਪੁਰਾਣਾ ਕੱਪੜਾ ਹੋਰ ਪਾਟ ਜਾਂਦਾ ਹੈ ਅਤੇ ਉਹ ਪਹਿਲਾਂ ਤੋਂ ਵੀ ਬੁਰਾ ਲੱਗਣ ਲੱਗ ਪੈਂਦਾ ਹੈ। ਕੋਈ ਮਨੁੱਖ ਨਵੀਂ ਸ਼ਰਾਬ ਘਸੀਆਂ ਹੋਈਆਂ ਮਸ਼ਕਾਂ ਵਿੱਚ ਨਹੀਂ ਭਰਦਾ। ਜੇਕਰ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਨਵੀਂ ਸ਼ਰਾਬ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ। ਸ਼ਰਾਬ ਵਗ ਜਾਵੇਗੀ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਇਸ ਲਈ ਨਵੀਂ ਸ਼ਰਾਬ ਨਵੀਆਂ ਮਸ਼ਕਾਂ ਵਿੱਚ ਹੀ ਭਰੀ ਜਾਂਦੀ ਹੈ, ਜਿਸ ਨਾਲ ਦੋਵੇਂ ਨਾਸ਼ ਹੋਣ ਤੋਂ ਬਚੀਆਂ ਰਹਿ ਸਕਦੀਆਂ ਹਨ। ਜੈਰੁਸ ਦੀ ਪੁੱਤਰੀ ਅਤੇ ਰਤਵਾਹਨ ਦੀ ਬਿਮਾਰ ਔਰਤ। ਜਦੋਂ ਯੀਸ਼ੂ ਉਹਨਾਂ ਨੂੰ ਇਹ ਕਹਿ ਹੀ ਰਹੇ ਸਨ ਤਾਂ ਇੱਕ ਯਹੂਦੀ ਅਧਿਕਾਰੀ ਉਹਨਾਂ ਕੋਲ ਆਇਆ। ਉਸ ਅਧਿਕਾਰੀ ਨੇ ਯੀਸ਼ੂ ਦੇ ਚਰਨੀ ਪੈ ਕੇ ਬੇਨਤੀ ਕੀਤੀ, ਮੇਰੀ ਪੁੱਤਰੀ ਥੋੜਾ ਚਿਰ ਪਹਿਲਾਂ ਹੀ ਮਰੀ ਹੈ। ਤੁਸੀਂ ਆਓ ਅਤੇ ਉਸ ਤੇ ਆਪਣਾ ਹੱਥ ਰੱਖੋ ਕਿ ਉਹ ਫਿਰ ਜੀਵਨ ਪ੍ਰਾਪਤ ਕਰੇ। ਇਸ ਲਈ ਯੀਸ਼ੂ ਉੱਠ ਕੇ ਉਸ ਦੇ ਨਾਲ ਚਲੇ ਗਏ। ਉਹਨਾਂ ਦੇ ਚੇਲਿਆਂ ਨੇ ਵੀ ਉਹਨਾਂ ਦਾ ਸਾਥ ਦਿੱਤਾ। ਉੱਥੇ ਇੱਕ ਔਰਤ ਸੀ, ਉਹਨਾਂ ਨੂੰ 12 ਸਾਲਾਂ ਤੋਂ ਰਤਵਾਹਨ ਦਾ ਰੋਗ ਸੀ। ਉਹ ਯੀਸ਼ੂ ਦੇ ਪਿੱਛੇ ਦੀ ਹੋ ਕੇ ਆਈ ਅਤੇ ਉਹਨਾਂ ਦੇ ਚੋਗੇ ਨੂੰ ਛੂ ਲਿਆ। ਉਸਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ ਸੀ, ਜੇਕਰ ਕੇਵਲ ਮੈਂ ਉਹਨਾਂ ਦਾ ਚੋਗਾ ਹੀ ਛੂ ਲਵਾਂਗੀ ਤਾਂ ਚੰਗੀ ਹੋ ਜਾਵਾਂਗੀ। ਇਸ ਲਈ ਯੀਸ਼ੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ, ਧੀਰਜ ਰੱਖ ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਉਸੇ ਘੜੀ ਉਹ ਔਰਤ ਚੰਗੀ ਹੋ ਗਈ। ਇਸ ਦੇ ਪਿੱਛੋਂ ਯੀਸ਼ੂ ਉਸ ਅਧਿਕਾਰੀ ਦੇ ਘਰ ਗਏ। ਉਹਨਾਂ ਉੱਥੇ ਮਾਤਮ ਕਰਨ ਵਾਲੇ ਲੋਕਾਂ ਨੂੰ ਦੇਖਿਆ। ਸਾਰੇ ਘਰ ਵਿੱਚ ਹੱਲਾ ਮਚਿਆ ਹੋਇਆ ਸੀ। ਇਸ ਲਈ ਯੀਸ਼ੂ ਨੇ ਕਿਹਾ, ਸਾਰੇ ਬਾਹਰ ਚਲੇ ਜਾਓ। ਛੋਟੀ ਲੜਕੀ ਮਰੀ ਨਹੀਂ ਹੈ, ਉਹ ਸੌਂ ਰਹੀ ਹੈ। ਉਹ ਸਾਰੇ ਯੀਸ਼ੂ ਨੂੰ ਮਖੌਲ ਕਰਨ ਲੱਗੇ। ਪਰ ਜਦੋਂ ਸਾਰੇ ਲੋਕੀ ਬਾਹਰ ਚਲੇ ਗਏ ਤਾਂ ਉਹ ਲੜਕੀ ਦੇ ਕਮਰੇ ਵਿੱਚ ਗਏ। ਯੀਸ਼ੂ ਨੇ ਲੜਕੀ ਦਾ ਹੱਥ ਫੜਿਆ ਅਤੇ ਉਹ ਉੱਠ ਕੇ ਬੈਠ ਗਈ। ਇਸ ਘਟਨਾ ਦਾ ਸਮਾਚਾਰ ਦੇਸ਼ ਦੇ ਉਸ ਹਿੱਸੇ ਵਿੱਚ ਸਭ ਪਾਸੇ ਫੈਲ ਗਿਆ। ਪ੍ਰਭੂ ਯੀਸ਼ੂ 2 ਅੰਨ੍ਹਿਆਂ ਨੂੰ ਚੰਗਾ ਕਰਦੇ ਹਨ। ਯੀਸ਼ੂ ਉਸ ਥਾਂ ਤੋਂ ਚੱਲ ਪਏ। ਰਾਹ ਵਿੱਚ ਉਹਨਾਂ ਨੂੰ 2 ਅੰਨ੍ਹੇ ਮਿਲੇ। ਉਹ ਦੋਵੇਂ ਉਹਨਾਂ ਦੇ ਪਿੱਛੇ ਪਿੱਛੇ ਚੱਲਣ ਲੱਗੇ ਅਤੇ ਪੁਕਾਰ ਕੇ ਕਹਿਣ ਲੱਗੇ, ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰੋ। ਫਿਰ ਜਦੋਂ ਯੀਸ਼ੂ ਘਰ ਦੇ ਅੰਦਰ ਚਲੇ ਗਏ ਤਾਂ ਉਹ ਦੋਵੇਂ ਅੰਨ੍ਹੇ ਉਹਨਾਂ ਦੇ ਕੋਲ ਆਏ। ਯੀਸ਼ੂ ਨੇ ਉਹਨਾਂ ਦੋਹਾਂ ਤੋਂ ਪੁੱਛਿਆ, ਕੀ ਤੁਹਾਡਾ ਵਿਸ਼ਵਾਸ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ? ਉਹਨਾਂ ਦੋਹਾਂ ਨੇ ਉੱਤਰ ਦਿੱਤਾ, ਸ਼੍ਰੀਮਾਨ ਜੀ, ਹਾਂ। ਇਸ ਤੇ ਯੀਸ਼ੂ ਨੇ ਦੋਹਾਂ ਦੀਆਂ ਅੱਖਾਂ ਨੂੰ ਆਪਣੇ ਹੱਥ ਨਾਲ ਛੂਇਆ ਅਤੇ ਕਿਹਾ, ਤੁਹਾਡੇ ਨਾਲ ਉਸੇ ਤਰ੍ਹਾਂ ਹੋਵੇ ਜਿਸ ਤਰ੍ਹਾਂ ਤੁਸੀਂ ਵਿਸ਼ਵਾਸ ਕੀਤਾ ਹੈ। ਉਹਨਾਂ ਦੋਹਾਂ ਦੀਆਂ ਅੱਖਾਂ ਉਸੇ ਵੇਲੇ ਠੀਕ ਹੋ ਗਈਆਂ। ਫਿਰ ਯੀਸ਼ੂ ਨੇ ਉਹਨਾਂ ਨੂੰ ਬੜੀ ਸਖਤੀ ਨਾਲ ਮਨਾ ਕਰਦਿਆਂ ਹੋਇਆਂ ਕਿਹਾ, ਖਬਰਦਾਰ, ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ। ਪਰ ਉਹ ਦੋਵੇਂ ਉੱਥੋਂ ਬਾਹਰ ਆਏ ਅਤੇ ਯੀਸ਼ੂ ਦੇ ਬਾਰੇ ਆਪਣੇ ਦੇਸ਼ ਦੇ ਉਸ ਸਾਰੇ ਇਲਾਕੇ ਵਿੱਚ ਇਸ ਸਮਾਚਾਰ ਦਾ ਪ੍ਰਚਾਰ ਕੀਤਾ। ਪ੍ਰਭੂ ਯੀਸ਼ੂ ਇੱਕ ਗੂੰਗੇ ਨੂੰ ਠੀਕ ਕਰਦੇ ਹਨ। ਜਦੋਂ ਅਜੇ ਉਹ ਜਾ ਹੀ ਰਹੇ ਸਨ ਤਾਂ ਕੁਝ ਆਦਮੀ ਇੱਕ ਗੂੰਗੇ ਆਦਮੀ ਨੂੰ ਯੀਸ਼ੂ ਕੋਲ ਲਿਆਏ। ਉਹ ਆਦਮੀ
ਭੂਤ ਚੰਬੜੇ ਹੋਣ ਦੇ ਕਾਰਨ ਬੋਲ ਨਹੀਂ ਸਕਦਾ ਸੀ, ਪਰ ਭੂਤ ਉਸ ਦੇ ਵਿੱਚੋਂ ਨਿਕਲਦਿਆਂ ਹੀ ਉਹ ਆਦਮੀ ਬੋਲਣ ਲੱਗ ਪਿਆ। ਇਹ ਦੇਖ ਕੇ ਭੀੜ ਦੇ ਸਭ ਲੋਕੀ ਹੈਰਾਨ ਰਹਿ ਗਏ। ਉਹ ਕਹਿਣ ਲੱਗੇ, ਅਸੀਂ ਇਜ਼ਰਾਈਲ ਵਿੱਚ ਇਸ ਤਰ੍ਹਾਂ ਹੁੰਦਾ ਕਦੇ ਵੀ ਨਹੀਂ ਦੇਖਿਆ। ਪਰ ਫਰੀਸੀ ਬੋਲੇ, ਇਹ ਭੂਤਾਂ ਦੇ ਸਰਦਾਰ ਦੀ ਮਦਦ ਨਾਲ ਉਹਨਾਂ ਨੂੰ ਕੱਢਦਾ ਹੈ। ਪ੍ਰਭੂ ਯੀਸ਼ੂ ਦੇ ਦਿਲ ਵਿੱਚ ਲੋਕਾਂ ਲਈ ਤਰਸ। ਫਿਰ ਯੀਸ਼ੂ ਸਭ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਏ। ਉਹਨਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆਵਾਂ ਦਿੱਤੀਆਂ, ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਅਤੇ ਹਰ ਤਰ੍ਹਾਂ ਦੇ ਕਮਜ਼ੋਰਾਂ ਅਤੇ ਬਿਮਾਰਾਂ ਨੂੰ ਠੀਕ ਕੀਤਾ। ਜਦੋਂ ਯੀਸ਼ੂ ਨੇ ਲੋਕਾਂ ਦੀ ਭੀੜ ਦੇਖੀ ਤਾਂ ਉਹਨਾਂ ਨੂੰ ਲੋਕਾਂ ਤੇ ਬਹੁਤ ਤਰਸ ਆਇਆ, ਕਿਉਂਕਿ ਉਹ ਲੋਕੀ ਬਿਨਾਂ ਚਰਵਾਹੇ ਦੇ ਭੇਡਾਂ ਦੀ ਤਰ੍ਹਾਂ ਸਨ। ਉਹ ਦੁਖੀ ਅਤੇ ਬੇਸਹਾਰਾ ਸਨ। ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, ਬੇਸ਼ੱਕ ਪੱਕੀ ਫਸਲ ਤਾਂ ਬਹੁਤ ਹੈ, ਪਰ ਵਾਢੇ ਬਹੁਤ ਘੱਟ ਹਨ। ਇਸ ਲਈ ਫਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫਸਲ ਵੱਢਣ ਦੇ ਲਈ ਹੋਰ ਵਾਢੇ ਘੱਲੇ। ਅਧਿਆਇ 10ਵਾਂ। 12 ਪ੍ਰਮੁੱਖ ਚੇਲੇ। ਯੀਸ਼ੂ ਨੇ ਆਪਣੇ 12 ਚੇਲਿਆਂ ਨੂੰ ਇਕੱਠੇ ਆਪਣੇ ਕੋਲ ਸੱਦਿਆ। ਉਹਨਾਂ ਨੂੰ ਯੀਸ਼ੂ ਨੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀ ਬਿਮਾਰੀਆਂ ਅਤੇ ਰੋਗਾਂ ਨੂੰ ਚੰਗਾ ਕਰਨ ਦਾ ਅਧਿਕਾਰ ਦਿੱਤਾ। ਉਹਨਾਂ 12 ਪ੍ਰਮੁੱਖ ਚੇਲਿਆਂ ਦੇ ਨਾਂ ਇਹ ਹਨ। ਪਹਿਲਾ, ਸਮੂਨ, ਜਿਸ ਦਾ ਉਪਨਾਮ ਪਤਰਸ ਸੀ, ਅਤੇ ਉਸ ਦਾ ਭਰਾ ਅੰਦਰਿਆਸ, ਯਾਕੂਬ ਅਤੇ ਉਸ ਦਾ ਭਰਾ ਯੋਹੰਨਾ ਜੋ ਜ਼ਬਦੀ ਦੇ ਪੁੱਤਰ ਸਨ, ਫਿਲਪੁਸ, ਬਰਤਲਮਈ, ਥੋਮਾ, ਮੱਤੀ ਟੈਕਸ ਲੈਣ ਵਾਲਾ, ਯਾਕੂਬ ਹਲਫਾਈ ਦਾ ਪੁੱਤਰ, ਥੱਦੀ, ਸਮੂਨ ਜੋ ਦੇਸ਼ ਭਗਤ ਅਖਵਾਉਂਦਾ ਸੀ, ਅਤੇ ਯੁਹੱਦਾ ਇਸਕਰਿਓਤੀ ਜਿਸ ਨੇ ਯੀਸ਼ੂ ਨਾਲ ਵਿਸ਼ਵਾਸਘਾਤ ਕੀਤਾ। 12 ਪ੍ਰਮੁੱਖ ਚੇਲਿਆਂ ਦਾ ਪ੍ਰਚਾਰ ਲਈ ਘੱਲੇ ਜਾਣਾ। ਇਹਨਾਂ 12 ਨੂੰ ਯੀਸ਼ੂ ਨੇ ਇਹ ਕਹਿ ਕੇ ਬਾਹਰ ਘੱਲਿਆ, ਪਰਾਈਆਂ ਕੌਮਾਂ ਦੇ ਇਲਾਕੇ ਵੱਲ ਨਾ ਜਾਣਾ ਅਤੇ ਨਾ ਹੀ ਕਿਸੇ ਸਾਮਰਿਆ ਦੇ ਨਗਰ ਵਿੱਚ ਫੜਨਾ ਅਤੇ ਨਾ ਹੀ ਕਿਸੇ ਸਾਮਰਿਆ ਦੇ ਨਗਰ ਵਿੱਚ ਵੜਨਾ। ਸਗੋਂ ਤੁਸੀਂ ਇਜ਼ਰਾਈਲ ਕੌਮ ਦੀ ਗੁਆਚੀਆਂ ਭੇਡਾਂ ਕੋਲ ਜਾਣਾ। ਜਾਓ ਅਤੇ ਪ੍ਰਚਾਰ ਕਰੋ, ਸਵਰਗ ਦਾ ਰਾਜ ਨੇੜੇ ਆ ਗਿਆ ਹੈ। ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜ਼ਿੰਦਾ ਕਰਨਾ, ਕੋੜੀਆਂ ਨੂੰ ਸ਼ੁੱਧ ਕਰਨਾ ਅਤੇ ਭੂਤਾਂ ਨੂੰ ਕੱਢਣਾ। ਤੁਸੀਂ ਬਿਨਾਂ ਮੁੱਲ ਦੇ ਪ੍ਰਚਾਰ ਕੀਤਾ ਹੈ, ਇਸ ਲਈ ਬਿਨਾਂ ਮੁੱਲ ਦੇ ਹੀ ਦੂਜਿਆਂ ਨੂੰ ਦਿਓ। ਆਪਣੇ ਖੀਸੇ ਵਿੱਚ ਕੋਈ ਪੈਸਾ ਨਾ ਲੈਣਾ, ਨਾ ਸੋਨੇ ਦਾ, ਨਾ ਚਾਂਦੀ ਦਾ ਅਤੇ ਨਾ ਹੀ ਤਾਂਬੇ ਦਾ। ਨਾ ਹੀ ਆਪਣੇ ਨਾਲ ਝੋਲੀ, ਇੱਕ ਤੋਂ ਵੱਧ ਕੁੜਤਾ, ਜੁੱਤੀ ਅਤੇ ਲਾਠੀ ਲੈਣਾ। ਕੰਮ ਕਰਨ ਵਾਲੇ ਨੂੰ ਭੋਜਨ ਮਿਲਣਾ ਉਸ ਦਾ ਹੱਕ ਹੈ। ਜਦੋਂ ਤੁਸੀਂ ਕਿਸੇ ਸ਼ਹਿਰ ਜਾਂ ਪਿੰਡ ਦੇ ਲਾਗੇ ਪਹੁੰਚੋ ਤਾਂ ਉਸ ਵਿੱਚ ਜਾਓ ਅਤੇ ਦੇਖੋ ਕਿ ਤੁਹਾਡਾ ਸਵਾਗਤ ਕਰਨ ਵਾਲਾ ਕੋਈ ਹੈ ਜਾਂ ਨਹੀਂ। ਫਿਰ ਉਸ ਨਾਲ ਉਸ ਥਾਂ ਤੋਂ ਵਿਦਾ ਹੋਣ ਤੱਕ ਠਹਿਰਨਾ। ਜਦੋਂ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਸਭ ਤੋਂ ਪਹਿਲਾਂ ਕਹੋ, ਤੁਹਾਨੂੰ ਸ਼ਾਂਤੀ ਮਿਲੇ। ਜੇਕਰ ਉਸ ਘਰ ਦੇ ਲੋਕੀ ਇਸ ਦੇ ਲਾਇਕ ਹੋਣਗੇ ਤਾਂ ਤੁਹਾਡੀ ਸ਼ਾਂਤੀ ਉਹਨਾਂ ਤੇ ਠਹਿਰੇਗੀ, ਪਰ ਜੇ ਉਹ ਇਸ ਦੇ ਲਾਇਕ ਨਹੀਂ ਹੋਣਗੇ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। ਜੇਕਰ ਕੋਈ ਘਰ ਜਾਂ ਨਗਰ ਵਿੱਚ ਤੁਹਾਡਾ ਸਵਾਗਤ ਨਾ ਕਰੇ ਜਾਂ ਤੁਹਾਡਾ ਉਪਦੇਸ਼ ਨਾ ਸੁਣੇ ਤਾਂ ਉਸ ਥਾਂ ਨੂੰ ਛੱਡ ਦਿਓ ਅਤੇ ਆਪਣੇ ਪੈਰਾਂ ਦਾ ਘੱਟਾ ਵੀ ਝਾੜ ਦਿਓ। ਯਾਦ ਰੱਖੋ, ਨਿਆਂ ਵਾਲੇ ਦਿਨ ਪਰਮੇਸ਼ਰ ਇਸ ਨਗਰ ਦੇ ਲੋਕਾਂ ਦੀ ਬਜਾਏ ਸਦੋਮ ਅਤੇ ਅਮੁਰਾ ਦੇ ਲੋਕਾਂ ਤੇ ਜ਼ਿਆਦਾ ਰਹਿਮ ਕਰੇਗਾ। ਅੱਗੇ ਆਉਣ ਵਾਲੇ ਦੁੱਖ। ਸੁਣੋ, ਮੈਂ ਤੁਹਾਨੂੰ ਭੇਡਾਂ ਦੇ ਰੂਪ ਵਿੱਚ ਪਾੜਨ ਵਾਲੇ ਬਘਿਆੜਾਂ ਵਿੱਚ ਘੱਲ ਰਿਹਾ ਹਾਂ। ਇਸ ਲਈ ਤੁਹਾਡੇ ਲਈ ਸੱਪ ਦੀ ਤਰ੍ਹਾਂ ਚਲਾਕ ਅਤੇ ਕਬੂਤਰ ਦੀ ਤਰ੍ਹਾਂ ਭੋਲੇ ਰਹਿਣਾ ਜ਼ਰੂਰੀ ਹੈ। ਚੌਕਸ ਰਹਿਣਾ, ਲੋਕੀ ਤੁਹਾਨੂੰ ਫੜਨਗੇ ਅਤੇ ਸਭਾਵਾਂ ਵਿੱਚ ਲੈ ਜਾਣਗੇ। ਉਹ ਤੁਹਾਨੂੰ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰਨਗੇ। ਤੁਹਾਨੂੰ ਰਾਜਪਾਲਾਂ ਅਤੇ ਰਾਜਿਆਂ ਦੇ ਸਾਹਮਣੇ ਮੇਰੇ ਨਾਂ ਦੀ ਖਾਤਰ ਪੇਸ਼ ਕੀਤਾ ਜਾਵੇਗਾ। ਇਹ ਤੁਹਾਡੇ ਲਈ ਉਹਨਾਂ ਦੇ ਅਤੇ ਪਰਾਈਆਂ ਕੌਮਾਂ ਦੇ ਸਾਹਮਣੇ ਮੇਰੇ ਬਾਰੇ ਗਵਾਹੀ ਦੇਣ ਦੇ ਲਈ ਹੋਵੇਗਾ। ਇਸ ਲਈ ਜਦੋਂ ਉਹ ਤੁਹਾਨੂੰ ਪੇਸ਼ ਕਰਨ, ਤੁਸੀਂ ਫਿਕਰ ਨਾ ਕਰਨਾ ਕਿ ਤੁਸੀਂ ਕੀ ਕਹੋਗੇ ਅਤੇ ਕਿਸ ਤਰ੍ਹਾਂ ਬੋਲੋਗੇ। ਇਸ ਬਾਰੇ ਤੁਹਾਨੂੰ ਉਸੇ ਘੜੀ ਦੱਸ ਦਿੱਤਾ ਜਾਵੇਗਾ ਕਿ ਤੁਸੀਂ ਕੀ ਕਹਿਣਾ ਹੈ, ਕਿਉਂਕਿ ਜੋ ਸ਼ਬਦ ਤੁਸੀਂ ਉਸ ਸਮੇਂ ਬੋਲੋਗੇ ਉਹ ਤੁਹਾਡੇ ਨਹੀਂ ਹੋਣਗੇ,
ਉਹ ਤੁਹਾਡੇ ਪਿਤਾ ਦੇ ਆਤਮਾ ਦੇ ਹੋਣਗੇ ਜੋ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ। ਉਸ ਸਮੇਂ ਭਰਾ ਭਰਾ ਨੂੰ ਮੌਤ ਦੰਡ ਦੇ ਲਈ ਫੜਵਾਵੇਗਾ ਅਤੇ ਪਿਤਾ ਬੱਚਿਆਂ ਨੂੰ, ਬੱਚੇ ਵੀ ਆਪਣੇ ਮਾਪਿਆਂ ਦੇ ਵਿਰੁੱਧ ਖੜੇ ਹੋਣਗੇ ਅਤੇ ਉਹਨਾਂ ਨੂੰ ਜਾਨੋਂ ਮਰਵਾਉਣਗੇ। ਤੁਹਾਨੂੰ ਸਭ ਲੋਕ ਮੇਰੇ ਨਾਂ ਦੀ ਖਾਤਰ ਘਿਰਣਾ ਕਰਨਗੇ, ਪਰ ਜੋ ਆਦਮੀ ਅੰਤ ਤੱਕ ਇਹ ਸਭ ਸਹਿਣ ਕਰੇਗਾ ਉਹ ਬਚਾਇਆ ਜਾਵੇਗਾ। ਜਦੋਂ ਉਹ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਾਂ ਤੁਸੀਂ ਦੂਜੇ ਵੱਲ ਨੱਠ ਜਾਣਾ। ਇਹ ਸੱਚ ਜਾਣੋ, ਤੁਸੀਂ ਇਜ਼ਰਾਈਲ ਦੇ ਨਗਰਾਂ ਵਿੱਚ ਆਪਣਾ ਕੰਮ ਨਾ ਖਤਮ ਕਰੋਗੇ ਕਿ ਮਨੁੱਖ ਦਾ ਪੁੱਤਰ ਆ ਜਾਵੇਗਾ। ਕੋਈ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ ਅਤੇ ਨਾ ਹੀ ਕੋਈ ਗੁਲਾਮ ਆਪਣੇ ਮਾਲਕ ਨਾਲੋਂ। ਇਸ ਲਈ ਇਹ ਕਾਫੀ ਹੈ ਕਿ ਉਹ ਆਪਣੇ ਗੁਰੂ ਵਰਗਾ ਬਣ ਜਾਵੇ ਅਤੇ ਨੌਕਰ ਆਪਣੇ ਮਾਲਕ ਵਰਗਾ। ਜੇਕਰ ਉਹਨਾਂ ਘਰ ਦੇ ਮਾਲਕ ਨੂੰ ਹੀ ਬਾਲਜ਼ਬੂਲ ਅਰਥਾਤ ਭੂਤਾਂ ਦਾ ਸਰਦਾਰ ਕਿਹਾ ਤਾਂ ਉਹ ਘਰ ਦੇ ਬਾਕੀ ਲੋਕਾਂ ਨੂੰ ਤਾਂ ਇਸ ਤੋਂ ਵੀ ਬੁਰੇ ਨਾਂ ਦੇਣਗੇ। ਕਿਸ ਕੋਲੋਂ ਡਰਨਾ ਚਾਹੀਦਾ ਹੈ? ਤੁਸੀਂ ਆਦਮੀਆਂ ਤੋਂ ਨਾ ਡਰੋ। ਇਹੋ ਜਿਹਾ ਕੁਝ ਨਹੀਂ ਹੈ ਜੋ ਬੰਦ ਹੈ ਅਤੇ ਖੋਲਿਆ ਨਾ ਜਾਵੇਗਾ, ਜੋ ਗੁਪਤ ਹੈ ਅਤੇ ਪ੍ਰਗਟ ਨਾ ਕੀਤਾ ਜਾਵੇਗਾ। ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਕਿਹਾ ਹੈ ਉਸ ਨੂੰ ਤੁਸੀਂ ਚਾਨਣ ਵਿੱਚ ਕਹੋ, ਅਤੇ ਜੋ ਕੁਝ ਤੁਸੀਂ ਕੰਨ ਵਿੱਚ ਸੁਣਿਆ ਹੈ ਉਸ ਦਾ ਮਕਾਨ ਦੀ ਛੱਤ ਤੋਂ ਪ੍ਰਚਾਰ ਕਰੋ। ਤੁਸੀਂ ਉਹਨਾਂ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ, ਪਰ ਪ੍ਰਾਣ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਹਨ। ਹਾਂ, ਪਰਮੇਸ਼ਰ ਤੋਂ ਜ਼ਰੂਰ ਡਰੋ ਜੋ ਸਰੀਰ ਅਤੇ ਪ੍ਰਾਣ ਦੋਹਾਂ ਦਾ ਨਰਕ ਕੁੰਡ ਵਿੱਚ ਨਾਸ਼ ਕਰ ਸਕਦਾ ਹੈ। ਕੀ 2 ਚਿੜੀਆਂ ਦਾ ਮੁੱਲ ਕੇਵਲ 1 ਪੈਸਾ ਨਹੀਂ? ਪਰ ਫਿਰ ਵੀ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਇੱਛਾ ਤੋਂ ਬਿਨਾਂ ਧਰਤੀ ਤੇ ਨਹੀਂ ਡਿੱਗਦੀ। ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ। ਇਸ ਲਈ ਡਰੋ ਨਹੀਂ, ਤੁਸੀਂ ਚਿੜੀਆਂ ਨਾਲੋਂ ਕਿਤੇ ਅਧਿਕ ਮੁੱਲਿਆਵਾਨ ਹੋ। ਮਸੀਹ ਨੂੰ ਲੋਕਾਂ ਸਾਹਮਣੇ ਮੰਨਣਾ ਜਾਂ ਨਾ ਮੰਨਣਾ। ਹਰ ਕੋਈ ਆਦਮੀ ਜੋ ਦੂਜਿਆਂ ਲੋਕਾਂ ਦੇ ਸਾਹਮਣੇ ਮੈਨੂੰ ਮੰਨਦਾ ਹੈ, ਮੈਂ ਵੀ ਉਸ ਨੂੰ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਮੰਨਾਂਗਾ। ਪਰ ਜੋ ਆਦਮੀ ਦੂਜਿਆਂ ਲੋਕਾਂ ਦੇ ਸਾਹਮਣੇ ਮੈਨੂੰ ਨਹੀਂ ਮੰਨਦਾ ਹੈ, ਮੈਂ ਵੀ ਉਹਨੂੰ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਨਹੀਂ ਮੰਨਾਂਗਾ। ਸ਼ਾਂਤੀ ਨਹੀਂ, ਸਗੋਂ ਤਲਵਾਰ। ਇਹ ਨਾ ਸੋਚੋ ਕਿ ਮੈਂ ਧਰਤੀ ਤੇ ਸ਼ਾਂਤੀ ਲੈ ਕੇ ਆਇਆ ਹਾਂ। ਨਹੀਂ, ਮੈਂ ਸ਼ਾਂਤੀ ਲੈ ਕੇ ਨਹੀਂ ਆਇਆ, ਸਗੋਂ ਤਲਵਾਰ ਲੈ ਕੇ ਆਇਆ ਹਾਂ। ਮੈਂ ਪੁੱਤਰਾਂ ਨੂੰ ਪਿਓ ਦੇ, ਧੀਆਂ ਨੂੰ ਮਾਂ ਦੇ ਅਤੇ ਨੂੰਹਾਂ ਨੂੰ ਸੱਸਾਂ ਦੇ ਵਿਰੁੱਧ ਕਰਨ ਆਇਆ ਹਾਂ। ਆਦਮੀ ਦੇ ਆਪਣੇ ਘਰ ਦੇ ਲੋਕੀ ਹੀ ਉਸ ਦੇ ਸਾਰਿਆਂ ਤੋਂ ਵੱਡੇ ਵੈਰੀ ਹੋਣਗੇ। ਜੋ ਕੋਈ ਆਪਣੇ ਮਾਤਾ ਪਿਤਾ ਨੂੰ ਮੇਰੇ ਤੋਂ ਅਧਿਕ ਪਿਆਰ ਕਰਦਾ ਹੈ, ਮੇਰੇ ਲਾਇਕ ਨਹੀਂ ਹੈ। ਇਸੇ ਤਰ੍ਹਾਂ ਜੇਕਰ ਕੋਈ ਆਪਣੇ ਪੁੱਤਰ ਜਾਂ ਧੀ ਨੂੰ ਮੇਰੇ ਤੋਂ ਅਧਿਕ ਪਿਆਰ ਕਰਦਾ ਹੈ, ਮੇਰੇ ਲਾਇਕ ਨਹੀਂ ਹੈ। ਜੋ ਆਦਮੀ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰੇ ਯੋਗ ਨਹੀਂ ਹੈ। ਜੋ ਕੋਈ ਆਪਣਾ ਜੀਵਨ ਬਚਾਏਗਾ, ਉਹ ਉਸ ਨੂੰ ਗਵਾਏਗਾ, ਅਤੇ ਜੋ ਕੋਈ ਮੇਰੇ ਖਾਤਰ ਆਪਣਾ ਜੀਵਨ ਗਵਾਏਗਾ, ਉਹ ਉਸ ਨੂੰ ਬਚਾਏਗਾ। ਫਲ, ਜੋ ਆਦਮੀ ਤੁਹਾਡਾ ਸਵਾਗਤ ਕਰਦਾ ਹੈ, ਉਹ ਮੇਰਾ ਸਵਾਗਤ ਕਰਦਾ ਹੈ, ਅਤੇ ਜੋ ਮੇਰਾ ਸਵਾਗਤ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਦਾ ਸਵਾਗਤ ਕਰਦਾ ਹੈ। ਇਸੇ ਤਰ੍ਹਾਂ ਜੋ ਕੋਈ ਪਰਮੇਸ਼ਰ ਦੇ ਸੰਦੇਸ਼ਵਾਹਕ ਦਾ ਸਵਾਗਤ ਕਰਦਾ ਹੈ, ਕਿਉਂਕਿ ਉਹ ਪਰਮੇਸ਼ਰ ਦਾ ਸੰਦੇਸ਼ਵਾਹਕ ਹੈ, ਉਹ ਆਪਣਾ ਫਲ ਪ੍ਰਾਪਤ ਕਰੇਗਾ। ਜੋ ਕਿਸੇ ਭਲੇ ਆਦਮੀ ਦਾ ਸਵਾਗਤ ਕਰਦਾ ਹੈ, ਕਿਉਂਕਿ ਉਹ ਭਲਾ ਹੈ, ਉਹ ਵੀ ਆਪਣਾ ਫਲ ਪ੍ਰਾਪਤ ਕਰੇਗਾ। ਇਹ ਯਾਦ ਰੱਖੋ, ਜੋ ਆਦਮੀ ਮੇਰੇ ਚੇਲਿਆਂ ਵਿੱਚ ਕਿਸੇ ਛੋਟੇ ਤੋਂ ਛੋਟੇ ਨੂੰ ਇਹ ਜਾਣ ਕੇ ਕਿ ਉਹ ਮੇਰਾ ਚੇਲਾ ਹੈ, ਇੱਕ ਠੰਡੇ ਪਾਣੀ ਦਾ ਗਲਾਸ ਦੇਵੇਗਾ, ਉਹ ਇਸ ਦਾ ਫਲ ਜ਼ਰੂਰ ਪ੍ਰਾਪਤ ਕਰੇਗਾ। ਅਧਿਆਇ 11। ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸ਼ੱਕ। ਯੀਸ਼ੂ ਆਪਣੇ ਚੇਲਿਆਂ ਨੂੰ ਸਭ ਸਿੱਖਿਆਵਾਂ ਦੇ ਚੁੱਕਣ ਦੇ ਪਿੱਛੋਂ ਲਾਗੇ ਦੇ ਨਗਰਾਂ ਵਿੱਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਦੇ ਲਈ ਗਏ। ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦ ਵਿੱਚ ਹੀ ਮਸੀਹ ਦੇ ਕੰਮਾਂ ਬਾਰੇ ਸੁਣਿਆ, ਤਾਂ ਉਸਨੇ ਆਪਣੇ ਚੇਲਿਆਂ ਨੂੰ ਉਹਨਾਂ ਕੋਲ ਘੱਲਿਆ। ਉਸ ਦੇ ਚੇਲਿਆਂ ਨੇ ਯੀਸ਼ੂ ਕੋਲੋਂ ਪੁੱਛਿਆ ਕਿ ਆਉਣ ਵਾਲੇ ਜਿਨ੍ਹਾਂ ਬਾਰੇ ਯੂਹੰਨਾ ਕਿਹਾ ਸੀ, ਤੁਸੀਂ ਹੀ ਹੋ,
ਜਾਂ ਅਸੀਂ ਕਿਸੇ ਦੂਜੇ ਦੀ ਉਡੀਕ ਕਰੀਏ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਵਾਪਸ ਜਾਓ ਅਤੇ ਯੂਹੰਨਾ ਨੂੰ ਇਹ ਸਭ ਦੱਸੋ ਜੋ ਤੁਸੀਂ ਸੁਣ ਅਤੇ ਦੇਖ ਰਹੇ ਹੋ। ਅੰਨੇ ਸੁਜਾਖੇ ਹੋ ਰਹੇ ਹਨ, ਲੂਲੇ ਠੀਕ ਹੋ ਰਹੇ ਹਨ, ਲੰਗੜੇ ਚੱਲ ਰਹੇ ਹਨ, ਕੋੜੀ ਆਪਣੇ ਕੋੜ ਤੋਂ ਛੁਟਕਾਰਾ ਪਾ ਰਹੇ ਹਨ, ਬੋਲੇ ਸੁਣ ਰਹੇ ਹਨ, ਮੁਰਦੇ ਜਿਉਂਦੇ ਕੀਤੇ ਜਾ ਰਹੇ ਹਨ ਅਤੇ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ। ਧੰਨ ਉਹ ਹੈ ਜੋ ਮੇਰੇ ਉੱਤੇ ਸ਼ੱਕ ਨਹੀਂ ਕਰਦਾ। ਜਦੋਂ ਯੂਹੰਨਾ ਦੇ ਚੇਲੇ ਵਾਪਸ ਚਲੇ ਗਏ ਤਾਂ ਯੀਸ਼ੂ ਨੇ ਲੋਕਾਂ ਤੋਂ ਯੂਹੰਨਾ ਦੇ ਬਾਰੇ ਪੁੱਛਣਾ ਸ਼ੁਰੂ ਕੀਤਾ, ਤੁਸੀਂ ਸੁਨਸਾਨ ਥਾਂ ਵਿੱਚ ਕੀ ਦੇਖਣ ਲਈ ਗਏ ਸਾਓ? ਕੀ ਇੱਕ ਹਵਾ ਨਾਲ ਹਿੱਲਣ ਵਾਲੇ ਸਰਕੰਡੇ ਨੂੰ? ਫਿਰ ਤੁਸੀਂ ਕੀ ਦੇਖਣ ਗਏ ਸਾਓ? ਕੀ ਇਸ ਤਰ੍ਹਾਂ ਦੇ ਆਦਮੀ ਨੂੰ ਜਿਸ ਨੇ ਮਲੈਮ ਕੱਪੜੇ ਪਾਏ ਹੋਏ ਸਨ? ਜਿਹੜੇ ਰਾਜਿਆਂ ਵਾਲੇ ਕੱਪੜੇ ਪਾਉਂਦੇ ਹਨ ਉਹ ਰਾਜ ਭਵਨਾਂ ਵਿੱਚ ਰਹਿੰਦੇ ਹਨ। ਤੁਸੀਂ ਕੀ ਦੇਖਣ ਗਏ ਸਾਓ? ਕੀ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਨਬੀ ਤੋਂ ਵੀ ਕਿਸੇ ਵੱਡੇ ਨੂੰ। ਉਸੇ ਦੇ ਲਈ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਦੇਖ ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਘੱਲ ਰਿਹਾ ਹਾਂ, ਉਹ ਤੇਰੇ ਅੱਗੇ ਰਾਹ ਤਿਆਰ ਕਰੇਗਾ। ਮੈਂ ਤੁਹਾਨੂੰ ਦੱਸਦਾ ਹਾਂ ਕਿ ਔਰਤ ਦੀ ਕੁੱਖ ਵਿੱਚੋਂ ਪੈਦਾ ਹੋਣ ਵਾਲਿਆਂ ਵਿੱਚੋਂ ਯੂਹੰਨਾ ਨਾਲੋਂ ਕੋਈ ਵੀ ਵੱਡਾ ਨਹੀਂ ਹੈ, ਪਰ ਪਰਮੇਸ਼ਰ ਦੇ ਰਾਜ ਵਿੱਚ ਛੋਟੇ ਤੋਂ ਛੋਟਾ ਆਦਮੀ ਵੀ ਉਸ ਤੋਂ ਵੱਡਾ ਹੈ। ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਪਰਮੇਸ਼ਰ ਦੇ ਨਾਲ ਕਈ ਧੱਕੇ ਹੋਏ ਹਨ ਅਤੇ ਕਈਆਂ ਨੇ ਧੱਕੇ ਨਾਲ ਹੀ ਇਸ ਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਭ ਨਬੀਆਂ ਅਤੇ ਮੂਸਾ ਦੇ ਨੇਮ ਸ਼ਾਸਤਰ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੱਕ ਪਰਮੇਸ਼ਰ ਦੇ ਰਾਜ ਬਾਰੇ ਹੀ ਸੰਦੇਸ਼ ਦਿੱਤੇ ਸਨ। ਇਸ ਲਈ ਜੇਕਰ ਤੁਸੀਂ ਇਹ ਸਭ ਮੰਨਣ ਦੇ ਲਈ ਤਿਆਰ ਹੋ ਤਾਂ ਯੂਹੰਨਾ ਹੀ ਏਲੀਆ ਹੈ ਜਿਸ ਦੇ ਆਉਣ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ। ਜਿਸ ਦੇ ਸੁਣਨ ਦੇ ਕੰਨ ਹਨ ਉਹ ਇਹ ਸੁਣੇ। ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਬਾਜ਼ਾਰ ਵਿੱਚ ਬੈਠੇ ਹੋਏ ਲੜਕਿਆਂ ਵਰਗੇ ਹਨ ਜੋ ਇੱਕ ਦੂਜੇ ਨੂੰ ਪੁਕਾਰ ਪੁਕਾਰ ਕੇ ਕਹਿੰਦੇ ਹਨ, ਅਸੀਂ ਤੁਹਾਡੇ ਲਈ ਬਾਂਸੁਰੀ ਵਜਾਈ ਪਰ ਤੁਸੀਂ ਨਾ ਨੱਚੇ, ਅਸੀਂ ਵੈਣ ਪਾਇਆ ਪਰ ਤੁਸੀਂ ਨਾ ਰੋਏ। ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ, ਉਹ ਨਾ ਰੋਟੀ ਖਾਂਦਾ ਅਤੇ ਨਾ ਦਾਖਸਾਰ ਪੀਂਦਾ ਸੀ, ਪਰ ਤੁਸੀਂ ਉਸ ਬਾਰੇ ਕਹਿੰਦੇ ਹੋ ਉਸ ਵਿੱਚ ਭੂਤ ਹੈ। ਪਰ ਮਨੁੱਖ ਦਾ ਪੁੱਤਰ ਆਇਆ, ਉਹ ਖਾਂਦਾ ਅਤੇ ਪੀਂਦਾ ਹੈ, ਉਸ ਬਾਰੇ ਹਰ ਕੋਈ ਕਹਿੰਦਾ ਹੈ ਉਹ ਖਾਊ ਅਤੇ ਪਿਅੱਕੜ ਹੈ, ਉਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ। ਪਰ ਪਰਮੇਸ਼ਰ ਦਾ ਗਿਆਨ ਉਸ ਦੇ ਨਤੀਜਿਆਂ ਦੁਆਰਾ ਸਿੱਧ ਹੁੰਦਾ ਹੈ। ਨਿਸ਼ਚਾਹੀਨ ਨਗਰ। ਫਿਰ ਯੀਸ਼ੂ ਗੁੱਸੇ ਵਿੱਚ ਆ ਕੇ ਉਹਨਾਂ ਨਗਰਾਂ ਬਾਰੇ ਇਸ ਤਰ੍ਹਾਂ ਕਹਿਣ ਲੱਗੇ ਜਿਨ੍ਹਾਂ ਵਿੱਚ ਉਹਨਾਂ ਆਪਣੇ ਬਹੁਤ ਸਾਰੇ ਪਵਿੱਤਰ ਕੰਮ ਕੀਤੇ ਸਨ, ਪਰ ਉਹਨਾਂ ਨਗਰਾਂ ਨੇ ਫਿਰ ਵੀ ਆਪਣੇ ਪਾਪਾਂ ਨੂੰ ਨਾ ਛੱਡਿਆ। ਹੇ ਖੁਰਾਜ਼ੀਨ ਦੇ ਲੋਕੋ, ਹੇ ਬੈਤਸੈਦਾ ਦੇ ਲੋਕੋ, ਅਫਸੋਸ ਹੈ ਤੁਹਾਡੇ ਉੱਤੇ, ਕਿਉਂਕਿ ਜਿਹੜੇ ਅਨੋਖੇ ਕੰਮ ਤੁਹਾਡੇ ਸਾਹਮਣੇ ਕੀਤੇ ਗਏ ਹਨ, ਜੇਕਰ ਉਹੀ ਸ਼ੂਰ ਅਤੇ ਸੈਦਾ ਦੇ ਲੋਕਾਂ ਦੇ ਸਾਹਮਣੇ ਕੀਤੇ ਜਾਂਦੇ ਤਾਂ ਉਹ ਬਹੁਤ ਚਿਰ ਪਹਿਲਾਂ ਹੀ ਟਾਟ ਪੈਣ ਕੇ ਅਤੇ ਸੁਆਹ ਮੱਲ ਕੇ ਆਪਣੇ ਬੁਰੇ ਕੰਮਾਂ ਨੂੰ ਛੱਡ ਚੁੱਕੇ ਹੁੰਦੇ। ਇਹ ਯਾਦ ਰੱਖੋ, ਪਰਮੇਸ਼ਰ ਨਿਆਂ ਵਾਲੇ ਦਿਨ ਤੁਹਾਡੀ ਬਜਾਏ ਸੂਰ ਅਤੇ ਸੈਦਾਂ ਦੇ ਲੋਕਾਂ ਉੱਤੇ ਬਹੁਤੀ ਦਇਆ ਕਰੇਗਾ। ਹੇ ਕਫਰਨਾਹੂਮ ਦੇ ਲੋਕੋ, ਕੀ ਤੁਸੀਂ ਸਵਰਗ ਤੱਕ ਉੱਚੇ ਕੀਤੇ ਜਾਵੋਗੇ? ਨਹੀਂ, ਤੁਸੀਂ ਪਤਾਲ ਵਿੱਚ ਸੁੱਟ ਦਿੱਤੇ ਜਾਵੋਗੇ, ਕਿਉਂਕਿ ਜੋ ਅਨੋਖੇ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ, ਜੇਕਰ ਇਹੀ ਸਦੂਮ ਨਗਰ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਤੱਕ ਕਾਇਮ ਰਹਿੰਦਾ। ਇਸ ਲਈ ਇਹ ਯਾਦ ਰੱਖੋ, ਪਰਮੇਸ਼ਰ ਨਿਆਂ ਵਾਲੇ ਦਿਨ ਤੁਹਾਡੀ ਬਜਾਏ ਸਦੂਮ ਨਗਰ ਉੱਤੇ ਬਹੁਤੀ ਦਇਆ ਕਰੇਗਾ। ਮੇਰੇ ਕੋਲ ਆਓ ਅਤੇ ਆਰਾਮ ਕਰੋ। ਉਸ ਵੇਲੇ ਯੀਸ਼ੂ ਨੇ ਕਿਹਾ, ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੈਨੂੰ ਧੰਨਵਾਦ ਦਿੰਦਾ ਹਾਂ ਕਿ ਤੂੰ ਇਹ ਭੇਤ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖੇ, ਪਰ ਉਹਨਾਂ ਹੀ ਭੇਤਾਂ ਨੂੰ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ। ਹੇ ਪਿਤਾ, ਤੈਨੂੰ ਇਹੀ ਚੰਗਾ ਲੱਗਾ। ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ। ਕੋਈ ਨਹੀਂ ਜਾਣਦਾ ਹੈ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦਾ ਹੈ। ਕੋਈ ਨਹੀਂ ਜਾਣਦਾ ਹੈ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ, ਜਾਂ ਉਹ ਆਦਮੀ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਦਾ ਹੈ।
ਤੁਸੀਂ ਜਿਹੜੇ ਥੱਕੇ ਅਤੇ ਭਾਰ ਦੇ ਹੇਠਾਂ ਦਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਲਾ ਲਵੋ ਅਤੇ ਆਪਣੇ ਉੱਤੇ ਰੱਖੋ। ਮੇਰੇ ਕੋਲੋਂ ਸਿੱਖੋ ਕਿ ਮੈਂ ਦਿਲ ਦਾ ਨਰਮ ਅਤੇ ਆਤਮਾ ਦਾ ਦੀਨ ਹਾਂ, ਅਤੇ ਤੁਸੀਂ ਆਰਾਮ ਪਾਓਗੇ, ਕਿਉਂਕਿ ਮੇਰਾ ਜੂਲਾ ਸੌਖਾ ਅਤੇ ਮੇਰਾ ਭਾਰ ਹੌਲਾ ਹੈ। ਅਧਿਆਇ 12 ਸਬਤ ਸੰਬੰਧੀ ਪ੍ਰਸ਼ਨ। ਇੱਕ ਸਬਤ ਦੇ ਦਿਨ ਯੀਸ਼ੂ ਕਣਕ ਦੇ ਖੇਤਾਂ ਵਿੱਚੋਂ ਦੀ ਹੋ ਕੇ ਜਾ ਰਹੇ ਸਨ। ਉਹਨਾਂ ਦੇ ਚੇਲਿਆਂ ਨੂੰ ਭੁੱਖ ਲੱਗੀ ਹੋਈ ਸੀ, ਇਸ ਲਈ ਉਹਨਾਂ ਨੇ ਕਣਕ ਦੇ ਸਿੱਟੇ ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। ਜਦੋਂ ਫਰੀਸੀਆਂ ਨੇ ਇਹ ਦੇਖਿਆ ਤਾਂ ਉਹਨਾਂ ਨੇ ਯੀਸ਼ੂ ਨੂੰ ਕਿਹਾ, ਦੇਖ, ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਮਨਾ ਹੈ। ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਧਰਮ ਗ੍ਰੰਥ ਵਿੱਚ ਨਹੀਂ ਪੜ੍ਹਿਆ ਹੈ ਕਿ ਜਦੋਂ ਦਾਊਦ ਅਤੇ ਉਸਦੇ ਸਾਥੀਆਂ ਨੂੰ ਭੁੱਖ ਲੱਗੀ ਤਾਂ ਉਸਨੇ ਕੀ ਕੀਤਾ ਸੀ? ਉਹ ਪਰਮੇਸ਼ਰ ਦੇ ਮੰਦਰ ਵਿੱਚ ਗਿਆ ਅਤੇ ਉਸਨੇ ਅਤੇ ਉਸਦੇ ਸਾਥੀਆਂ ਨੇ ਚੜਾਵੇ ਦੀਆਂ ਰੋਟੀਆਂ ਖਾਧੀਆਂ। ਪਰ ਧਰਮ ਗ੍ਰੰਥ ਦੇ ਅਨੁਸਾਰ ਇਹ ਚੜਾਵੇ ਦੀਆਂ ਰੋਟੀਆਂ ਪੁਰੋਹਿਤ ਹੀ ਖਾ ਸਕਦਾ ਸੀ, ਦੂਜਾ ਕੋਈ ਨਹੀਂ। ਜਾਂ ਕੀ ਤੁਸੀਂ ਮੂਸਾ ਦੀ ਵਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਨੂੰ ਮੰਦਰ ਦੇ ਵਿੱਚ ਹੀ ਪੁਰੋਹਿਤ ਸਬਤ ਨੂੰ ਤੋੜਦੇ ਹਨ, ਪਰ ਫਿਰ ਵੀ ਉਹ ਨਿਰਦੋਸ਼ੀ ਠਹਿਰਦੇ ਹਨ? ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਇੱਥੇ ਹੈ ਉਹ ਮੰਦਰ ਤੋਂ ਵੀ ਵੱਡਾ ਹੈ। ਇਸ ਲਈ ਜੇਕਰ ਤੁਸੀਂ ਧਰਮ ਗ੍ਰੰਥ ਦੇ ਇਸ ਵਾਕ ਦਾ ਅਰਥ ਜਾਣਦੇ ਹੁੰਦੇ, ਮੈਂ ਕੁਰਬਾਨੀ ਦਾ ਨਹੀਂ ਸਗੋਂ ਦਇਆ ਦਾ ਚਾਹਵਾਨ ਹਾਂ, ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ, ਕਿਉਂਕਿ ਮਨੁੱਖ ਦਾ ਪੁੱਤਰ ਤਾਂ ਸਬਤ ਦਾ ਹੀ ਮਾਲਕ ਹੈ। ਸੁੱਕੇ ਹੱਥ ਵਾਲਾ ਆਦਮੀ। ਯੀਸ਼ੂ ਉੱਥੇ ਉਹਨਾਂ ਦੇ ਇੱਕ ਪ੍ਰਾਰਥਨਾ ਘਰ ਵਿੱਚ ਗਏ। ਉੱਥੇ ਇੱਕ ਆਦਮੀ ਸੀ ਜਿਸ ਦਾ ਇੱਕ ਹੱਥ ਸੁੱਕਾ ਹੋਇਆ ਸੀ। ਉਸ ਸਮੇਂ ਉੱਥੇ ਕੁਝ ਆਦਮੀ ਇਹੋ ਜਿਹੇ ਵੀ ਸਨ ਜੋ ਯੀਸ਼ੂ ਤੇ ਕੋਈ ਦੋਸ਼ ਲਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਯੀਸ਼ੂ ਤੋਂ ਪੁੱਛਿਆ ਕਿ ਸਾਡੇ ਨੇਮ ਸ਼ਾਸਤਰ ਅਨੁਸਾਰ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਠੀਕ ਹੈ ਜਾਂ ਨਹੀਂ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੈ, ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪੈਂਦੀ ਹੈ, ਕੀ ਤੁਸੀਂ ਉਹਨੂੰ ਫੜ ਕੇ ਬਾਹਰ ਨਹੀਂ ਕੱਢੋਗੇ? ਇੱਕ ਆਦਮੀ ਦਾ ਮੁੱਲ ਤਾਂ ਭੇਡ ਤੋਂ ਕਿਤੇ ਵੱਧ ਹੈ। ਇਸ ਲਈ ਸਾਡਾ ਨੇਮ ਸ਼ਾਸਤਰ ਸਬਤ ਦੇ ਦਿਨ ਕਿਸੇ ਨਾਲ ਚੰਗਾ ਕੰਮ ਕਰਨ ਤੋਂ ਨਹੀਂ ਰੋਕਦਾ ਹੈ। ਫਿਰ ਯੀਸ਼ੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, ਆਪਣਾ ਹੱਥ ਅੱਗੇ ਵਧਾ। ਉਸ ਆਦਮੀ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਅਤੇ ਉਸ ਦਾ ਹੱਥ ਦੂਜੇ ਦੇ ਹੱਥ ਵਾਂਗੂ ਠੀਕ ਹੋ ਗਿਆ। ਇਸ ਤੋਂ ਫਰੀਸੀ ਬਾਹਰ ਚਲੇ ਗਏ ਅਤੇ ਆਪੋ ਵਿੱਚ ਸਲਾਹ ਕਰਨ ਲੱਗੇ ਕਿ ਯੀਸ਼ੂ ਨੂੰ ਕਿਸ ਤਰ੍ਹਾਂ ਜਾਨੋਂ ਮਾਰਿਆ ਜਾਵੇ। ਪਰਮੇਸ਼ਰ ਦਾ ਚੁਣਿਆ ਹੋਇਆ ਦਾਸ। ਜਦੋਂ ਯੀਸ਼ੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਥਾਂ ਤੋਂ ਚਲੇ ਗਏ। ਬਹੁਤ ਸਾਰੇ ਲੋਕੀ ਉਹਨਾਂ ਦੇ ਪਿੱਛੇ ਗਏ। ਯੀਸ਼ੂ ਨੇ ਸਭ ਬਿਮਾਰਾਂ ਨੂੰ ਚੰਗਾ ਕੀਤਾ। ਉਹਨਾਂ ਨੇ ਚੰਗੇ ਹੋਣ ਵਾਲਿਆਂ ਨੂੰ ਮਨਾ ਕਰਦਿਆਂ ਹੋਇਆ ਇਹ ਵੀ ਕਿਹਾ, ਕਿਸੇ ਨੂੰ ਇਸ ਬਾਰੇ ਨਾ ਦੱਸਣਾ। ਇਹ ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਸ਼ਬਦ ਪੂਰੇ ਹੋਣ। ਪਰਮੇਸ਼ਰ ਨੇ ਕਿਹਾ, ਮੇਰੇ ਦਾਸ ਨੂੰ ਦੇਖੋ ਜਿਸ ਨੂੰ ਮੈਂ ਚੁਣਿਆ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ, ਮੇਰਾ ਮਨ ਉਸ ਤੋਂ ਖੁਸ਼ ਹੈ। ਉਸ ਨੂੰ ਮੈਂ ਆਪਣਾ ਆਤਮਾ ਦੇਵਾਂਗਾ। ਉਹ ਮੇਰੇ ਨਿਆਂ ਦੀ ਸਭ ਕੌਮਾਂ ਤੇ ਘੋਸ਼ਣਾ ਕਰੇਗਾ। ਉਹ ਨਾ ਝਗੜਾ ਕਰੇਗਾ ਅਤੇ ਨਾ ਹੀ ਚੀਕੇਗਾ। ਉਸ ਦੀ ਆਵਾਜ਼ ਕੋਈ ਗਲੀਆਂ ਵਿੱਚ ਨਹੀਂ ਸੁਣੇਗਾ। ਉਹ ਕਮਜ਼ੋਰ ਸਰਕੰਡੇ ਤੱਕ ਨੂੰ ਵੀ ਨਹੀਂ ਤੋੜੇਗਾ, ਨਾ ਹੀ ਉਹ ਬੁਝਦੇ ਦੀਵੇ ਨੂੰ ਬੁਝਾਏਗਾ। ਉਹ ਉਸ ਸਮੇਂ ਤੱਕ ਇਹ ਕਹੇਗਾ ਜਦੋਂ ਤੱਕ ਕਿ ਉਹ ਨਿਆਂ ਨੂੰ ਜੇਤੂ ਨਾ ਬਣਾ ਦੇਵੇ। ਸਾਰੇ ਲੋਕੀ ਉਸ ਉੱਤੇ ਉਮੀਦ ਰੱਖਣਗੇ। ਪ੍ਰਭੂ ਯੀਸ਼ੂ ਅਤੇ ਬਾਲਜ਼ਬੂਲ। ਕੁਝ ਲੋਕੀ ਇੱਕ ਅੰਨੇ ਆਦਮੀ ਨੂੰ ਯੀਸ਼ੂ ਕੋਲ ਲਿਆਏ। ਉਸ ਆਦਮੀ ਨੂੰ ਭੂਤ ਝੰਬੜਿਆ ਹੋਇਆ ਸੀ, ਜਿਸ ਕਾਰਨ ਉਹ ਬੋਲ ਨਹੀਂ ਸਕਦਾ ਸੀ। ਯੀਸ਼ੂ ਨੇ ਉਸ ਆਦਮੀ ਨੂੰ ਚੰਗਾ ਕਰ ਦਿੱਤਾ, ਇਸ ਲਈ ਉਹ ਬੋਲਣ ਦੇ ਨਾਲ ਦੇਖਣ ਵੀ ਲੱਗ ਪਿਆ। ਸਾਰੀ ਭੀੜ ਇਹ ਦੇਖ ਕੇ ਹੈਰਾਨ ਰਹਿ ਗਈ। ਲੋਕੀ ਕਹਿਣ ਲੱਗੇ ਕਿ ਇਹ ਦਾਊਦ ਦਾ ਪੁੱਤਰ ਹੈ। ਜਦੋਂ ਫਰੀਸੀਆਂ ਨੇ ਇਹ ਸੁਣਿਆ ਤਾਂ ਉਹ ਬੋਲੇ, ਉਹ ਭੂਤਾਂ ਨੂੰ ਭੂਤਾਂ ਦੇ ਸਰਦਾਰ ਬਾਲਜ਼ਬੂਲ ਦੀ ਮਦਦ ਨਾਲ ਕੱਢਦਾ ਹੈ। ਪਰ ਯੀਸ਼ੂ ਨੇ ਉਹਨਾਂ ਦੇ ਮਨ ਦੇ ਵਿਚਾਰ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, ਜਿਸ ਰਾਜ ਵਿੱਚ ਫੁੱਟ ਪੈ ਜਾਵੇ ਉਹ ਬਰਬਾਦ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਸ ਨਗਰ ਜਾਂ ਘਰ ਵਿੱਚ ਫੁੱਟ ਪੈ ਜਾਵੇ ਉਹ ਵੀ ਖਤਮ ਹੋ ਜਾਂਦਾ ਹੈ। ਇਸ ਲਈ ਜੇਕਰ ਸ਼ੈਤਾਨ ਆਪ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਸ ਦੇ ਰਾਜ